ਮਾਈਨਿੰਗ ਨੂੰ ਇੱਕ ਗੁਨਾਹ ਦੇ ਤੌਰ ਤੇ ਵੀ ਦੇਖਿਆ ਜਾਂਦਾ ਹੈ ਕਿ ਜੋ ਮਾਈਨਿੰਗ ਕਰਦੇ ਹੈ ਉਹਨਾਂ ਦੇ ਉੱਤੇ ਨੱਥ ਪਾਈ ਜਾਵੇਗੀ, ਕਾਨੂੰਨ ਉਹਨਾਂ ਤੇ ਕਾਰਵਾਈ ਕਰੇਗਾ। ਇੱਕ ਤਰ੍ਹਾਂ ਦਾ ਜ਼ੁਰਮ ਵੀ ਮਾਈਨਿੰਗ ਹੈ। ਤਸਵੀਰਾਂ ਮੈਂ ਤੁਹਾਨੂੰ ਦਿਖਾਉਣੀਆਂ ਚਾਹਾਂਗਾ ਕਿ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ, ਇੱਥੋਂ ਜੋ ਮਿੱਟੀ ਚੁੱਕੀ ਗਈ ਹੈ, ਜੋ ਇਹ ਖੇਤ ਇੰਨਾ ਡੂੰਘਾ ਦਿਖਾਈ ਦਿੰਦਾ ਹੈ, ਇਹ ਸੋਨੇ ਦੇ ਭਾਅ ਚੱਕੀ ਦੱਸੀ ਜਾ ਰਹੀ ਹੈ। ਤੇ ਸਰ ਇੱਥੇ ਮਾਰਚ ਮਹੀਨੇ 'ਚ ਮਾਈਨਿੰਗ ਸਟਾਰਟ ਹੋ ਗਈ ਸੀ, ਪਰ ਮੇਰੇ ਕੋਲ ਆਰਟੀਆਈ ਦੀ ਪਾਈ ਹੋਈ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਜੀ ਕਿ ਜਿਹੜੀ ਇਹ ਮਾਈਨਿੰਗ ਪਰਮਿਟ ਇਸ਼ੂ ਹੋਇਆ ਜੀ, ਇਹ 24/5 ਨੂੰ ਇਸ਼ੂ ਹੋਇਆ ਜੀ। ਫਿਰ ਉਸ ਤੋਂ ਬਾਅਦ ਜਦੋਂ ਮਾਰਚ 'ਚ ਸਰ ਆ ਕੇ ਮਾਈਨਿੰਗ ਕਰਨ ਲੱਗੇ ਠੇਕੇਦਾਰ, ਮੈਂ ਬਥੇਰਾ ਆ ਕੇ ਠੇਕੇਦਾਰ ਨੂੰ ਰੋਕਿਆ ਵੀ ਮੇਰੀ ਜ਼ਮੀਨ ਇੱਧਰ ਨੂੰ ਹਟ ਜਾਣੀ ਹੈ, ਪਾਣੀ ਦੀ ਢਲਾਣ ਇੱਧਰ ਨੂੰ ਹੈ। ਕਹਿੰਦੇ ਸਾਡੇ ਕੋਲ ਮਾਈਨਿੰਗ ਵਿਭਾਗ ਦਾ ਪਰਮਿਟ ਲਿਆ ਹੋਇਆ ਹੈ, ਤੁਸੀਂ ਸਾਨੂੰ ਰੋਕ ਨਹੀਂ ਸਕਦੇ। ਤੁਸੀਂ ਇਹ ਕਾਗਜ਼ ਚੱਕੀ ਖੜੇ ਹੋ, ਇਹ ਕਾਗਜ਼ਾਂ ਦੇ ਮੁਤਾਬਕ ਇਹ ਲੀਗਲ ਕੰਮ ਹੋਇਆ ਜਾਂ ਇਲੀਗਲ ਕੰਮ ਹੋਇਆ? ਆ ਜਿਹੜਾ ਬੰਨਾ ਹੈ ਇਹ ਤੁਹਾਡੇ ਖੇਤ ਦਾ ਜੀ? ਇਹ ਬਿਲਕੁਲ ਇਹ ਮੇਰੇ ਖੇਤ, ਇਹ ਤੁਹਾਡੇ ਖੇਤ ਦੀ ਵੱਟ ਹੈ? ਬਿਲਕੁਲ ਜੀ। ਉਸ ਤੋਂ ਇਲਾਵਾ ਹੁਣ ਜਿਹੜੀ ਥਾਂ ਦੇ ਉੱਤੇ ਅਸੀਂ ਖੜੇ ਹਾਂ ਇਸ ਸਮੇਂ, ਇਹ ਥਾਂ ਜਿਹੜੀ ਹੈਗੀ ਆ ਇਹ ਖੇਤ ਦੀ ਆ ਜਿਹਦੇ ਵਿੱਚ ਮਿੱਟੀ ਚੁੱਕੀ ਗਈ ਹੈ, ਇੰਨੀ ਕਿ ਛੱਡਤੀ ਉਹਨਾਂ ਨੇ? ਬਿਲਕੁਲ ਜੀ, ਬਿਲਕੁਲ ਇੰਨੀ ਛੱਡੀ ਗਈ ਹੈ ਸਰ, ਜਦ ਕਿ ਬਫਰ ਜ਼ੋਨ ਇਹਦੇ ਵਿੱਚ ਕਲੀਅਰਲੀ ਮੈਂਸ਼ਨ ਹੈ ਕਿ ਬਾਉਂਡਰੀ ਜਿਹੜੀ ਹੈ 7.5 ਮੀਟਰ ਦੀ ਛੱਡੀ ਹੋਣੀ ਜ਼ਰੂਰੀ ਹੈ। ਇਹ ਪਰਮਿਟ ਦੇ ਵਿੱਚ 7.5 ਮੀਟਰ ਮੈਂਸ਼ਨ ਕੀਤਾ ਗਿਆ ਕਿ ਇੰਨੀ ਬਾਉਂਡਰੀ ਦੂਜੇ ਦੇ ਖੇਤ ਤੋਂ ਛੱਡਣੀ ਹੈ, ਪਰ ਇਹਨਾਂ ਨੇ ਕੋਈ ਜ਼ਮੀਨ ਨਹੀਂ ਛੱਡੀ ਸਰ, ਕੋਈ ਇਹਨਾਂ ਨੇ ਜਗ੍ਹਾ ਨਹੀਂ ਛੱਡੀ, ਇਹਨਾਂ ਨੇ ਅੰਨ੍ਹੇਵਾਹ ਚਲਾਇਆ। ਸਰ ਮੇਰੇ ਪਰਿਵਾਰ ਲਈ ਤਾਂ ਹਾਈਵੇ ਸਰਾਪ ਹੋ ਗਿਆ ਜੀ, ਸਾਡੇ ਪਰਿਵਾਰ ਲਈ, ਮੇਰੀ ਬਜ਼ੁਰਗ ਮਾਤਾ ਲਈ, ਮੇਰੇ ਬੱਚਿਆਂ ਲਈ ਤਾਂ ਸਰਾਪ ਹੋ ਗਿਆ, ਕਿਉਂਕਿ ਸਾਡੇ ਕੋਲ 3 ਕਿੱਲੇ ਜ਼ਮੀਨ ਹੈ ਸਰ, ਹੋਰ ਸਾਡੇ ਕੋਲ ਰੋਟੀ ਦਾ ਕੋਈ ਆਸਰਾ ਨਹੀਂ ਹੈਗਾ ਜੀ। 1 ਕਿੱਲੇ ਦਾ 1 ਕਿਊਬਿਕ ਫੀਟ ਦਾ ਇਹ 1,20,000 ਰੁਪਇਆ ਕੰਪਨੀ ਪੇ ਕਰ ਰਹੀ ਹੈ। ਮਤਲਬ ਜੇ 1 ਕਿੱਲੇ ਦੇ ਵਿੱਚੋਂ 1 ਫੁੱਟ ਡੂੰਘਾ ਮਿੱਟੀ ਚੁੱਕੋਗੇ ਤਾਂ 1,20,000 ਮਿਲੇਗਾ ਰੁਪਇਆ ਕਿਸਾਨ ਨੂੰ ਜਾ ਰਿਹਾ ਜੀ। ਇਹ 1 ਕਿੱਲੇ 'ਚੋਂ 1 ਫੁੱਟ ਡੈਪਥ ਤੇ ਥੱਲੇ ਜਾ ਰਹੇ ਆ ਤਾਂ 1,20,000 ਰੁਪਇਆ ਜਾ ਰਿਹਾ ਜੀ, 1,20,000 ਰੁਪਇਆ। ਤੇ ਇਹਨਾਂ ਨੇ ਹੁਣ ਦੇਖ ਲਓ ਸਾਰੇ 20 ਫੁੱਟ ਮਿੱਟੀ ਇੱਥੋਂ ਚੱਕੀ ਹੈ, ਹੁਣ ਕਿੰਨਾ ਪੈਸਾ ਹੈ? 20 ਲੱਖ ਤੋਂ ਉੱਤੇ ਕਹਿ ਸਕਦੇ ਹੋ, 20 ਲੱਖ ਤੋਂ ਉੱਤੇ ਤੇ 5 ਕਿੱਲਿਆਂ ਦਾ ਹੁਣ ਹਿਸਾਬ ਲਾ ਲਓ ਤੁਸੀਂ ਕਿ ਕਿੰਨਾ ਪੈਸਾ ਇੱਕ ਕਿਸਾਨ ਕੋਲ ਜਾ ਚੁੱਕਿਆ ਜੀ। ਉਹ ਕਹਿ ਦੇਣ ਵੀ ਇਹ ਤਾਂ ਲੀਗਲ ਚੁਕਾਈ ਹੈ, ਅਸੀਂ ਤੁਸੀਂ ਚੁਕਾ ਲਓ। ਮੇਰੇ ਕੋਲ ਪੇਪਰ ਬੋਲਦੇ ਨੇ ਸਰ, ਮੇਰੇ ਕੋਲ ਪੇਪਰ ਬੋਲਦੇ ਨੇ। ਐਕਸ਼ਨ ਸਾਹਿਬ ਨੂੰ ਮੈਂ ਪੂਰਾ ਜਾ ਕੇ ਅਸੀਂ ਮਿਲ ਕੇ ਆਏ ਆ, ਕਹਿ ਕੇ ਆਏ, ਉਹਨਾਂ ਨੂੰ ਦੱਸ ਕੇ ਆਏ ਆ, ਕਹਿੰਦੇ ਹਾਂਜੀ ਬਿਲਕੁਲ ਨਜਾਇਜ਼ ਹੋਇਆ। ਪਰ ਨਜਾਇਜ਼ ਹੋਇਆ ਸਰ, ਕਾਰਵਾਈ ਕਿਹਨੇ ਕਰਨੀ ਹੈ? ਜੇ ਮੈਂ ਕੋਈ ਗਲਤੀ ਕੀਤੀ, ਮੇਰੇ ਪਰਿਵਾਰ ਨੇ ਦੱਸਿਆ ਤਾਂ ਜਾਵੇ ਵੀ ਕਸੂਰ ਕੀ ਹੈ ਜੀ, ਕਰਿਆ ਕਿਸੇ ਨੇ, ਪਰ ਮੇਰਾ ਪਰਿਵਾਰ ਰਿਹਾ। ਸਫ਼ਰ ਅਸੀਂ ਕਰ ਰਹੇ ਸਰ, ਸਾਡੀ ਰੋਟੀ ਪਾਣੀ, ਸਾਡਾ ਸੌਣਾ ਮੁਹਾਲ ਹੋਇਆ ਪਿਆ। ਅਸੀਂ 5 ਮਹੀਨੇ ਦੇ ਸਰ ਭਟਕਦੇ ਫਿਰ ਰਹੇ ਹਾਂ। ਤੇ ਸਰ ਇਦਾਂ ਦੀ ਫਰਮ ਨੂੰ ਜਿਹੜਾ ਕਿਸੇ ਦਾ ਨੁਕਸਾਨ ਕਰ ਰਹੀ ਹੈ, ਹੁਣ ਮੰਨ ਲਓ ਹਾਈਵੇ ਬਣਾ ਰਹੇ, ਚਲੋ ਲੋਕਾਂ ਦੇ ਫਾਇਦੇ ਲਈ ਬਣਾ ਰਹੇ, ਬਟ ਜਦੋਂ ਹਾਈਵੇ ਦਾ ਨੁਕਸਾਨ ਹੀ ਕਰ ਰਿਹਾ ਸਾਨੂੰ, ਹੁਣ ਸਾਡੇ ਲਈ ਤਾਂ ਹਾਈਵੇ ਸਰਾਪ ਹੋ ਗਿਆ ਸਰ। ਕੰਪਨੀ ਨੂੰ ਇਦਾਂ ਦੀ ਨੂੰ ਬਲੈਕ ਲਿਸਟ ਕਰ ਦੇਣਾ ਚਾਹੀਦਾ ਹੈ। ਐਸੀ ਕੰਪਨੀ ਨੂੰ ਇਹੋ ਜਿਹਾ ਕੰਮ ਨਹੀਂ ਦੇਣਾ ਚਾਹੀਦਾ ਜਿਹੜਾ ਆ ਕੇ ਕਿਸਾਨਾਂ ਦਾ ਨੁਕਸਾਨ ਕਰ ਰਹੀ। ਮੈਂ ਕਹਿੰਦਾ ਮੈਂ ਯਾਰ ਮੇਰੇ ਮਾਤਾ ਜੀ ਕਿਹੜੇ ਦਫ਼ਤਰ ਨਹੀਂ ਗਏ, ਅਸੀਂ ਕਿਹੜੇ ਦਫ਼ਤਰ ਜਾ ਕੇ ਗੁਹਾਰ ਨਹੀਂ ਲਗਾਈ। ਐਕਸੀਅਨ ਕੋਲ ਅਸੀਂ, ਐਸਡੀਓ ਸਾਹਿਬ ਕੋਲ ਅਸੀਂ, ਸਾਰੇ ਪਾਸੇ ਜਾ ਕੇ, ਅੱਜ ਵੀ ਮੈਂ ਐਕਸੀਅਨ ਸਾਹਿਬ ਨੂੰ ਕਾਲ ਕਰਿਆ ਪਰ ਉਹਨਾਂ ਨੇ ਮੇਰਾ ਕਾਲ ਚੱਕਿਆ ਨਹੀਂ, ਅਟੈਂਡ ਨਹੀਂ ਕੀਤਾ ਜੀ। ਉਹਨਾਂ ਨੂੰ ਸਾਡੇ ਵੱਲੋਂ ਡਾਇਰੈਕਸ਼ਨਾਂ ਪਾਸ ਹੋ ਗਈਆਂ ਨੇ ਕਿ ਤੁਹਾਡਾ ਕੋਈ ਕੰਮ ਤਦ ਤੱਕ ਹੋਣ ਨਹੀਂ ਦੇਣਾ ਜਦ ਤੱਕ ਤੁਸੀਂ ਜਿਹੜੇ ਵੀ ਡੈਮੇਜ ਕਰਦੇ ਹੋ ਤੁਸੀਂ ਨੇਬਰਿੰਗ ਲੈਂਡ ਨੂੰ, ਹਾਂਜੀ, ਤੁਸੀਂ ਉਹ ਠੀਕ ਨਹੀਂ ਕਰਾਉਂਦੇ ਹੈਗੇ। ਤੇ ਪਲੱਸ ਉਹਨਾਂ ਨੇ ਜਿਹੜੀ ਇਲੀਗਲ ਮਾਈਨਿੰਗ ਕੀਤੀ ਹੈਗੀ ਹੈ ਜੀ, ਉਸ ਅਗੇਂਸਟ ਅਸੀਂ ਉਹਨਾਂ ਨੂੰ ਆਪ ਨੋਟਿਸ ਵੀ ਇਸ਼ੂ ਕਰ ਦਿੱਤਾ ਹੈ। ਤੁਹਾਨੂੰ ਭਰੋਸਾ ਨਹੀਂ ਹੈ ਸਰਕਾਰ ਦੇ ਉੱਤੇ? ਕਿਉਂਕਿ ਸਰਕਾਰ ਤਾਂ ਵੱਡੀਆਂ ਗੱਲਾਂ, ਸਰਕਾਰ ਦੀਆਂ ਵੱਡੇ ਦਾਅਵੇ ਇਹ ਰਹਿੰਦੇ ਆ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਆਮ ਲੋਕ ਸਾਡੇ ਦਫ਼ਤਰਾਂ ਤੱਕ ਜਦੋਂ ਮਰਜ਼ੀ ਪਹੁੰਚ ਕਰਨ, ਅਸੀਂ ਵਿਚਰਨਾ ਹੀ ਆਮ ਲੋਕਾਂ 'ਚ, ਅਸੀਂ ਦੂਜਿਆਂ ਵਾਂਗ ਜਾ ਕੇ ਚੰਡੀਗੜ੍ਹ ਨਹੀਂ ਬਹਿਣਾ। 5 ਮਹੀਨੇ ਤੋਂ ਮੈਂ ਧੱਕੇ ਖਾ ਰਿਹਾ, ਇਸ ਕਰਕੇ ਮੈਨੂੰ ਬੇਭਰੋਸਗੀ ਹੋ ਗਈ ਸਰ। ਹੁਣ ਮੈਂ ਥੱਕ ਚੁੱਕਿਆ, ਹੁਣ ਮੈਂ ਹਾਰ ਚੁੱਕਿਆ, ਮੈਂ ਹੰਭ ਚੁੱਕਿਆ। ਹੁਣ ਮੈਨੂੰ ਇਹ ਨਹੀਂ ਲੱਗਦਾ ਕਿ ਮੈਨੂੰ ਇਨਸਾਫ ਮਿਲੇਗਾ। ਮੈਨੂੰ ਇਨਸਾਫ ਲਈ ਕੋਰਟ ਦਾ ਦਰਵਾਜ਼ਾ ਹੀ ਖੜਕਾਉਣਾ ਪੈਣਾ। ਮੈਨੂੰ ਲਾਰਿਆਂ ਤੋਂ ਸਿਵਾਏ ਕਿਸੇ ਵੀ ਦਫ਼ਤਰ ਤੋਂ ਕੁਝ ਨਹੀਂ ਮਿਲਿਆ ਜੀ। ਉਸੇ ਦੀ ਭਰਪਾਈ ਵਾਸਤੇ ਹੀ ਕੰਪਨੀ ਨੂੰ ਅਲੱਗ ਤੋਂ ਡਾਇਰੈਕਟਾਂ ਹੋਰ ਕੱਢੀਆਂ ਗਈਆਂ। ਕੰਪਨੀ ਇਹਨਾਂ ਨੂੰ ਪੇ ਕਰੇਗੀ ਜੀ? ਕੰਪਨੀ ਇਹਨਾਂ ਦਾ ਠੀਕ ਕਰਵਾਏਗੀ ਜਿੱਦਾਂ ਵੀ ਐਪਲੀਕੈਂਟ ਚਾਹੁੰਦੇ ਹੈਗੇ, ਜਦ ਤੱਕ ਇਹ ਸੈਟੀਸਫਾਈ ਨਹੀਂ ਹੋ ਜਾਂਦੇ। ਕਹਿੰਦੇ ਨੇ ਮਿੱਟੀ ਸੋਨਾ ਪੈਦਾ ਕਰ ਦਿੰਦੀ ਹੈ। ਪੰਜਾਬ ਦੀ ਮਿੱਟੀ ਇੰਨੀ ਜ਼ਰਖੇਜ਼ ਹੈ ਕਿ ਇਸ ਦੇ ਵਿੱਚੋਂ ਸੋਨਾ ਵੀ ਉੱਗ ਸਕਦਾ ਹੈ, ਪਰ ਇਹ ਚੀਜ਼ਾਂ ਸਿੰਬੋਲਿਕ ਹੁੰਦੀਆਂ। ਅਸਲ 'ਚ ਜੋ ਇਸ ਦੇ ਵਿੱਚ ਉੱਗਦਾ ਉਹ ਮਿਹਨਤ ਹੁੰਦੀ ਹੈ, ਉਹ ਫਸਲ ਹੁੰਦੀ ਹੈ। ਪਰ ਅੱਜ ਦਾ ਦੌਰ ਅਜਿਹਾ ਆ ਗਿਆ ਕਿ ਮਿੱਟੀ ਹੀ ਸੋਨੇ ਦੇ ਤੁੱਲ ਵਿਕ ਰਹੀ ਆ। ਜੇ ਮਾਈਨਿੰਗ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਮਾਈਨਿੰਗ ਦਾ ਮੁੱਦਾ ਹਮੇਸ਼ਾ ਚੋਣਾਂ ਦੇ ਵਿੱਚ ਇੱਕ ਵੱਡਾ ਮੁੱਦਾ ਬਣਿਆ ਰਿਹਾ। ਇਹ ਵੀ ਕਿਹਾ ਜਾਂਦਾ ਸੀ ਕਿ ਬਹੁਤ ਵੱਡਾ ਜੋ ਰੈਵਨਿਊ ਹੈ ਉਹ ਜਨਰੇਟ ਹੋਊਗਾ ਮਾਈਨਿੰਗ ਤੋਂ, ਸਰਕਾਰ ਦੇ ਖਜ਼ਾਨੇ 'ਚ ਜਾਊਗਾ। ਮਾਈਨਿੰਗ ਨੂੰ ਇੱਕ ਗੁਨਾਹ ਦੇ ਤੌਰ ਤੇ ਵੀ
ਦੇਖਿਆ ਜਾਂਦਾ ਹੈ ਕਿ ਜੋ ਮਾਈਨਿੰਗ ਕਰਦੇ ਆ ਉਹਨਾਂ ਦੇ ਉੱਤੇ ਨੱਥ ਪਾਈ ਜਾਵੇਗੀ, ਕਾਨੂੰਨ ਉਹਨਾਂ ਤੇ ਕਾਰਵਾਈ ਕਰੇਗਾ। ਇੱਕ ਤਰ੍ਹਾਂ ਦਾ ਜ਼ੁਰਮ ਵੀ ਮਾਈਨਿੰਗ ਹੈ। ਸਰਕਾਰੀ ਮਾਈਨਿੰਗ ਲੀਗਲ ਵੀ ਹੁੰਦੀ ਹੈ ਤੇ ਜਦੋਂ ਗੈਰ ਸਰਕਾਰੀ ਤਰੀਕਿਆਂ ਦੇ ਨਾਲ ਕੀਤੀ ਜਾਵੇ ਤਾਂ ਉਹ ਇਲੀਗਲ ਵੀ ਹੁੰਦੀ ਹੈ। ਪਰ ਮਿੱਟੀ ਸੋਨਾ ਕਿੱਦਾਂ ਬਣਦੀ ਹੈ, ਕਿੱਦਾਂ ਸੋਨੇ ਦੇ ਤੁਲ ਵਿਕਦੀ ਹੈ, ਉਹ ਤਸਵੀਰਾਂ ਮੈਂ ਤੁਹਾਨੂੰ ਦਿਖਾਣੀਆਂ ਚਾਹਾਂਗਾ ਕਿ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ, ਇੱਥੋਂ ਜੋ ਮਿੱਟੀ ਚੁੱਕੀ ਗਈ ਹੈ, ਜੋ ਇਹ ਖੇਤ ਇੰਨਾ ਡੂੰਘਾ ਦਿਖਾਈ ਦਿੰਦਾ ਹੈ, ਇਹ ਸੋਨੇ ਦੇ ਭਾਅ ਚੱਕੀ ਦੱਸੀ ਜਾ ਰਹੀ ਹੈ ਕਿ ਜੋ ਮਿੱਟੀ ਇਹ ਚੁੱਕੀ ਗਈ ਹੈ ਇਸ ਦਾ ਮੁੱਲ ਸੋਨੇ ਦੇ ਤੁਲ ਦਿੱਤਾ ਗਿਆ ਹੈ, ਤਾਂ ਇਹ ਜ਼ਮੀਨ ਦੇ ਮਾਲਕਾਂ ਨੇ ਮਿੱਟੀ ਚੁਕਾਈ ਹੈ। ਸੋ ਸਾਡੇ ਨਾਲ ਬਾਈ ਜੀ ਹੈਗੇ। ਬਾਈ ਕੀ ਨਾਮ ਹੈ ਤੁਹਾਡਾ, ਕਿਉਂ ਸਾਨੂੰ ਤੁਸੀਂ ਇੱਥੇ ਬੁਲਾਇਆ, ਕੀ ਇਹ ਮਾਜਰਾ ਸਾਰਾ? ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਹੈ ਜੀ ਗੁਰਵੀਰ ਸਿੰਘ ਸਨ ਆਫ ਲੇਟ ਸਰਦਾਰ ਗੁਰਦੇਵ ਸਿੰਘ। ਇਹ ਉੱਤੇ ਵਾਲੀ ਜ਼ਮੀਨ ਮੇਰੇ ਨਾਮ ਹੈ ਜੀ, ਇਹ ਨਾਲ ਦੀ ਜ਼ਮੀਨ ਮੇਰੇ ਪਿੰਡ ਦਿਆਂ ਦਾ ਹੀ ਨਾਮ ਹੈ। ਤਾਂ ਮਾਰਚ ਮਹੀਨੇ 'ਚ ਇਹਨੇ 'ਚ ਸੀਗਲ ਇੰਡੀਆ ਲਿਮਟਿਡ ਕੰਪਨੀ ਹੈ ਜੀ, ਇਹਨੇ ਹਾਈਵੇ ਦਾ ਪ੍ਰੋਜੈਕਟ ਲਿਆ ਵਾ ਸਰ। ਉਹਨਾਂ ਨੇ ਇਹਦਾ ਪਰਮਿਟ ਲਿਆ ਜੀ, ਪਰਮਿਟ ਲੈ ਕੇ ਇੱਥੋਂ ਮਿੱਟੀ ਚੱਕਣੀ ਸ਼ੁਰੂ ਕਰੀ ਹੈ। ਪਿੰਡ ਕਿਹੜਾ ਤੁਹਾਡਾ, ਕਿਹੜਾ ਉਹ ਹਾਈਵੇ ਆ, ਕਿਹੜੀ ਕੰਪਨੀ ਜਿਹੜੀ ਹੈਗੀ? ਸਰ ਮੇਰਾ ਪਿੰਡ ਪਥਰੇੜੀ ਜੱਟਾਂ ਹੈ ਜੀ। ਇਹ ਜ਼ਿਲ੍ਹਾ ਰੋਪੜ ਹੈ ਜੀ, ਪਰ ਇਹ ਜਿਹੜੀ ਜ਼ਮੀਨ ਹੈ ਇਹ ਪਥਰੇੜੀ ਰੰਗੜਾਂ ਦੇ ਪੈਂਦੀ ਹੈ ਜੀ, ਤਹਿਸੀਲ ਇਹਦੀ ਰੋਪੜ ਪੈਂਦੀ ਹੈ ਜੀ। ਤੇ ਸਰ ਇੱਥੇ ਮਾਰਚ ਮਹੀਨੇ 'ਚ ਮਾਈਨਿੰਗ ਸਟਾਰਟ ਹੋ ਗਈ ਸੀ, ਪਰ ਮੇਰੇ ਕੋਲ ਆਰਟੀਆਈ ਦੀ ਪਾਈ ਹੋਈ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਜੀ ਕਿ ਜਿਹੜੀ ਇਹ ਮਾਈਨਿੰਗ ਪਰਮਿਟ ਇਸ਼ੂ ਹੋਇਆ ਜੀ, ਇਹ 24/5 ਨੂੰ ਇਸ਼ੂ ਹੋਇਆ ਜੀ। ਇਹ ਮਾਈਨਿੰਗ ਪਰਮਿਟ 24/5 ਨੂੰ ਇਸ਼ੂ ਹੋਇਆ। ਫਿਰ ਉਸ ਤੋਂ ਬਾਅਦ ਜਦੋਂ ਮਾਰਚ 'ਚ ਸਰ ਆ ਕੇ ਮਾਈਨਿੰਗ ਕਰਨ ਲੱਗੇ ਠੇਕੇਦਾਰ, ਮੈਂ ਬਥੇਰਾ ਆ ਕੇ ਠੇਕੇਦਾਰ ਨੂੰ ਰੋਕਿਆ ਵੀ ਮੇਰੀ ਜ਼ਮੀਨ ਇੱਧਰ ਨੂੰ ਹਟ ਜਾਣੀ ਹੈ, ਪਾਣੀ ਦੀ ਢਲਾਣ ਇੱਧਰ ਨੂੰ ਹੈ। ਕਹਿੰਦੇ ਸਾਡੇ ਕੋਲ ਮਾਈਨਿੰਗ ਵਿਭਾਗ ਦਾ ਪਰਮਿਟ ਲਿਆ ਹੋਇਆ ਹੈ, ਤੁਸੀਂ ਸਾਨੂੰ ਰੋਕ ਨਹੀਂ ਸਕਦੇ। ਮੈਂ ਕਿਹਾ ਜੀ ਕੋਈ ਨਹੀਂ। ਫਿਰ ਉਸ ਤੋਂ ਬਾਅਦ ਸਰ ਮੈਂ ਕਦੇ ਮੇਲ, ਕਦੇ ਕਿਤੇ ਪ੍ਰੋਬਲਮ, ਕਦੇ ਕਿਤੇ ਮੈਂ ਮਤਲਬ ਕੰਪਲੇਂਟ ਕੀਤੀ, ਕਦੇ ਕਿਤੇ ਕੰਪਲੇਂਟ ਕੀਤੀ, ਕਦੇ ਕਿਸੇ ਦਫ਼ਤਰ ਗਿਆ, ਕਦੇ ਕਿਸੇ ਦਫ਼ਤਰ ਗਿਆ, ਪਰ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋਈ। ਉਸ ਤੋਂ ਮਾਰਕ ਹੋ ਕੇ ਜ਼ਰੂਰ ਆਈਆਂ ਇਹਨਾਂ ਨੂੰ, ਪਰ ਇਹਨਾਂ ਨੇ ਐਪਲੀਕੇਸ਼ਨਾਂ ਮੇਰੀਆਂ ਦੱਬ ਲਈਆਂ। ਕਿੱਥੇ ਤੱਕ ਪਹੁੰਚ ਗਏ ਤੁਸੀਂ? ਸਰ ਮੈਂ ਚੰਡੀਗੜ੍ਹ ਇਹਨਾਂ ਦੇ ਹੈੱਡ ਆਫਿਸ ਤੱਕ ਜਾਇਆ ਹੈ ਜੀ। ਉਸ ਤੋਂ ਬਾਅਦ ਅੱਗੇ ਸੀਐਮ ਆਫਿਸ ਤੱਕ ਵੀ ਮੈਂ ਅਪਰੋਚ ਕਰ ਚੁੱਕਿਆ ਜੀ। ਇਹ ਮੇਰੀ ਕੋਈ ਸੁਣਵਾਈ ਨਹੀਂ ਹੋਈ। ਮੇਰੇ ਪਰਿਵਾਰ ਦੀ ਸਵਾਏ ਲਾ ਰਿਆਂ ਤੋਂ ਅੱਜ ਤੱਕ ਸਾਨੂੰ ਕੁਝ ਵੀ ਨਸੀਬ ਨਹੀਂ ਹੋਇਆ ਜੀ। ਤੁਸੀਂ ਇਹ ਕਾਗਜ਼ ਚੱਕੀ ਖੜੇ ਹੋ, ਇਹ ਕਾਗਜ਼ਾਂ ਦੇ ਮੁਤਾਬਕ ਇਹ ਲੀਗਲ ਕੰਮ ਹੋਇਆ ਜਾਂ ਇਲੀਗਲ ਕੰਮ ਹੋਇਆ? ਸਰ ਜੀ ਇਹਨਾਂ ਨੇ ਮਾਈਨਿੰਗ ਵਿਭਾਗ ਨੇ ਇੱਥੇ ਜੇਈ ਲਖਵੀਰ ਸਿੰਘ ਆਇਆ ਤਾਂ ਮੇਰੇ ਬਾਰ-ਬਾਰ ਕੰਪਲੇਂਟ ਕਰਨ ਤੋਂ ਬਾਅਦ ਜੇਈ ਇੱਥੇ ਲਖਵੀਰ ਸਿੰਘ ਆ ਕੇ ਮਿਣਤੀ ਕਰਕੇ ਗਿਆ ਤੇ ਇਹਨਾਂ ਦੇ ਸਰਫੇਸ ਤੋਂ ਉਹਨੇ ਡੈਪਥ ਨਾਪੀ ਹੈ ਜੀ। ਇਹ ਘੱਟੋ ਘੱਟ 20 ਫੁੱਟ ਡੈਪਥ ਹੈ ਜੀ। 20 ਫੁੱਟ ਡੈਪਥ ਉਹਨਾਂ ਨੇ ਸਾਡੇ ਸਾਹਮਣੇ ਫੀਤੇ ਨਾਲ ਨਾਪੀ ਹੈ ਜੀ। ਤੇ ਉਹ ਕਹਿੰਦੇ ਜੀ ਵੀ ਇਹ ਇਹਨਾਂ ਨੇ ਐਕਸਟਰਾ ਚੱਕੀ ਹੋਈ ਹੈ, ਇਲੀਗਲ ਹੈ। ਪਰ ਉਹਨਾਂ ਨੇ ਜਿਹੜੀ ਹੁਣ ਰਿਪੋਰਟ ਪੇਸ਼ ਕਰੀ ਹੈ ਉਹਦੇ 'ਚ ਲਿਖਿਆ ਕਿ ਇਹਨਾਂ ਨੇ 5.25 ਲੱਖ ਕਿਊਬਿਕ ਫੀਟ ਮਿੱਟੀ ਐਕਸਟਰਾ ਚੱਕ ਲਈ ਤੇ ਅਸੀਂ ਕੰਪਨੀ ਨੂੰ ਆਰ ਨੋਟਿਸ ਜਾਰੀ ਕਰ ਰਹੇ ਹਾਂ। ਉਹ ਆਰ ਨੋਟਿਸ 'ਚ ਕੀ ਪ੍ਰੋਵੀਜ਼ਨ ਹੈ ਜੀ ਕਿ ਆਰ ਨੋਟਿਸ ਦੀ ਪੈਨਲਟੀ ਹੈ ਜਿਹੜੀ ਉਹ ਗਵਰਨਮੈਂਟ ਨੂੰ ਚਲੇ ਜਾਣੀ। ਪਰ ਜਿਹੜਾ ਨਾਲ ਦੇ ਖੇਤ ਦਾ ਨੁਕਸਾਨ ਹੋਇਆ, ਮੇਰੀ ਫਸਲ ਦਾ ਨੁਕਸਾਨ ਹੋਇਆ, ਉਹਦਾ ਖਮਿਆਜਾ ਕੌਣ? ਤੁਹਾਡਾ ਖੇਤ ਕਿਹੜਾ ਇੱਥੇ? ਇਹ ਖੇਤ ਮੇਰਾ ਹੈ ਜੀ, ਉੱਪਰ ਵਾਲਾ ਸਰ ਸਾਰਾ। ਆ ਜਿਹੜਾ ਬੰਨਾ ਹੈ, ਹਾਂਜੀ, ਇਹ ਤੁਹਾਡੇ ਖੇਤ ਦਾ ਜੀ? ਇਹ ਬਿਲਕੁਲ ਬਿਲਕੁਲ ਇਹ ਮੇਰੇ ਖੇਤ, ਇਹ ਤੁਹਾਡੇ ਖੇਤ ਦੀ ਵੱਟ ਹੈ? ਬਿਲਕੁਲ ਜੀ। ਉਸ ਤੋਂ ਇਲਾਵਾ ਹੁਣ ਜਿਹੜੀ ਥਾਂ ਦੇ ਉੱਤੇ ਅਸੀਂ ਖੜੇ ਹਾਂ ਇਸ ਸਮੇਂ, ਇਹ ਥਾਂ ਜਿਹੜੀ ਹੈਗੀ ਆ ਇਹ ਖੇਤ ਦੀ ਆ ਜਿਹਦੇ ਵਿੱਚ ਮਿੱਟੀ ਚੁੱਕੀ ਗਈ ਆ, ਇੰਨੀ ਕਿ ਛੱਡਤੀ ਉਹਨਾਂ ਨੇ? ਬਿਲਕੁਲ ਜੀ ਬਿਲਕੁਲ ਇੰਨੀ ਛੱਡੀ ਗਈ ਹੈ ਸਰ, ਜਦ ਕਿ ਬਫਰ ਜ਼ੋਨ ਇਹਦੇ ਵਿੱਚ ਕਲੀਅਰਲੀ ਮੈਂਸ਼ਨ ਹੈ ਕਿ ਬਾਉਂਡਰੀ ਜਿਹੜੀ ਹੈ 7.5 ਮੀਟਰ ਦੀ ਛੱਡੀ ਹੋਣੀ ਜ਼ਰੂਰੀ ਹੈ। ਇਹ ਪਰਮਿਟ ਦੇ ਵਿੱਚ 7.5 ਮੀਟਰ ਮੈਂਸ਼ਨ ਕੀਤਾ ਗਿਆ ਕਿ ਇੰਨੀ ਬਾਉਂਡਰੀ ਦੂਜੇ ਦੇ ਖੇਤ ਤੋਂ ਛੱਡਣੀ ਹੈ। ਪਰ ਇਹਨਾਂ ਨੇ ਕੋਈ ਜ਼ਮੀਨ ਨਹੀਂ ਛੱਡੀ ਸਰ, ਕੋਈ ਇਹਨਾਂ ਨੇ ਜਗ੍ਹਾ ਨਹੀਂ ਛੱਡੀ। ਇਹਨਾਂ ਨੇ ਅੰਨ੍ਹੇਵਾਹ ਚਲਾਇਆ ਤੇ ਸਰ 4 ਪਿੰਡ ਇਸ ਚੀਜ਼ ਦਾ ਖਮਿਆਜਾ ਭੁਗਤ ਰਹੇ ਆ ਸਰ। ਮੇਰੇ ਪਰਿਵਾਰ ਲਈ ਤਾਂ ਹਾਈਵੇ ਸਰਾਪ ਹੋ ਗਿਆ ਜੀ, ਸਾਡੇ ਪਰਿਵਾਰ ਲਈ, ਮੇਰੀ ਬਜ਼ੁਰਗ ਮਾਤਾ ਲਈ, ਮੇਰੇ ਬੱਚਿਆਂ ਲਈ ਤਾਂ ਸਰਾਪ ਹੋ ਗਿਆ, ਕਿਉਂਕਿ ਸਾਡੇ ਕੋਲ 3 ਕਿੱਲੇ ਜ਼ਮੀਨ ਹੈ ਸਰ। ਹੋਰ ਸਾਡੇ ਕੋਲ ਰੋਟੀ ਦਾ ਕੋਈ ਆਸਰਾ ਨਹੀਂ ਹੈਗਾ ਜੀ। ਪਰ ਮੈਂ ਆਪਣਾ ਪ੍ਰਾਈਵੇਟ ਜੌਬ ਕਰਦਾ ਤੇ ਮਾਤਾ ਜੀ ਮੇਰੇ ਬਜ਼ੁਰਗ ਨੇ। ਮੈਂ ਕਹਿੰਦਾ ਮੈਂ ਯਾਰ ਮੇਰੇ ਮਾਤਾ ਜੀ ਕਿਹੜੇ ਦਫ਼ਤਰ ਨਹੀਂ ਗਏ, ਅਸੀਂ ਕਿਹੜੇ ਦਫ਼ਤਰ ਜਾ ਕੇ ਗੁਹਾਰ ਨਹੀਂ ਲਗਾਈ। ਐਕਸੀਅਨ ਕੋਲ ਅਸੀਂ, ਐਸਡੀਓ ਸਾਹਿਬ ਕੋਲ ਅਸੀਂ, ਸਾਰੇ ਪਾਸੇ ਜਾ ਕੇ ਅੱਜ ਵੀ ਮੈਂ ਐਕਸੀਅਨ ਸਾਹਿਬ ਨੂੰ ਕਾਲ ਕਰਿਆ ਪਰ ਉਹਨਾਂ ਨੇ ਮੇਰਾ ਕਾਲ ਚੱਕਿਆ ਨਹੀਂ, ਅਟੈਂਡ ਨਹੀਂ ਕੀਤਾ ਜੀ। ਇਹ ਜਿਹੜੀ ਸਰ ਇਹ ਮਿੱਟੀ ਹੈ ਇਹ ਸੀਗਲ ਇੰਡੀਆ ਲਿਮਟਿਡ ਕੰਪਨੀ ਹੈ ਲੁਧਿਆਣੇ ਦੀ ਜੀ, ਉਹਨਾਂ ਨੇ ਮਿੱਟੀ ਚੱਕੀ ਹੈ। ਮਿੱਟੀ ਦਾ ਜਿਹੜਾ ਰੇਟ ਹੈ ਸਰ ਇਹ 1,20,000 ਦੇ ਰਹੇ ਆ ਤੇ ਪੈਸੇ ਬਚਾ ਕੇ, ਲਾਲਚ ਵਸਾ ਕੇ ਲੋਕ ਇਹ ਵੀ ਨਹੀਂ ਦੇਖ ਰਹੇ ਵੀ ਨਾਲ ਵਾਲੇ ਦੇ ਖੇਤ ਦਾ ਨੁਕਸਾਨ ਹੋ ਜਾਣਾ। ਮਿੱਟੀ ਚੁਕਾਉਣੀ ਹੈ ਚੁਕਾਓ, ਪਰ ਕਾਨੂੰਨ ਦੇ ਅਨੁਸਾਰ ਤਾਂ ਚੁਕਾਓ ਜੋ ਕਾਨੂੰਨ ਬਣਿਆ। 1,20,000 ਕਿੰਨੀ ਕੁਆਂਟੀਟੀ ਦਾ ਸਰ? 1 ਕਿੱਲੇ ਦਾ 1 ਕਿਊਬਿਕ ਫੀਟ ਦਾ ਇਹ 1,20,000 ਰੁਪਏ ਕੰਪਨੀ ਪੇ ਕਰ ਰਹੀ ਹੈ। ਮਤਲਬ ਜੇ 1 ਕਿੱਲੇ ਦੇ ਵਿੱਚੋਂ 1 ਫੁੱਟ ਡੂੰਘਾ ਮਿੱਟੀ ਚੁੱਕੋਗੇ ਤਾਂ 1,20,000 ਮਿਲੇਗਾ ਰੁਪਏ ਕਿਸਾਨ ਨੂੰ ਜਾ ਰਿਹਾ ਜੀ। ਜੇ 1 ਕਿੱਲੇ ਚੋਂ 1 ਫੁੱਟ ਡੈਪਥ ਤੇ ਥੱਲੇ ਜਾ ਰਹੇ ਆ ਤਾਂ 1,20,000 ਰੁਪਏ ਜਾ ਰਿਹਾ ਜੀ। 1,20,000 ਰੁਪਏ ਤੇ ਇਹਨਾਂ ਨੇ ਹੁਣ ਦੇਖ ਲਓ ਸਾਰੇ 20 ਫੁੱਟ ਮਿੱਟੀ ਇੱਥੋਂ ਚੱਕੀ ਹੈ। ਹੁਣ ਕਿੰਨਾ ਪੈਸਾ? 20 ਲੱਖ ਤੋਂ ਉੱਤੇ ਕਹਿ ਸਕਦੇ ਹੋ। 20 ਲੱਖ ਤੋਂ ਉੱਤੇ ਸਾਰੇ ਤੇ 5 ਕਿੱਲਿਆਂ ਦਾ ਹੁਣ ਹਿਸਾਬ ਲਾ ਲਓ ਤੁਸੀਂ ਕਿ ਕਿੰਨਾ ਪੈਸਾ ਇੱਕ ਕਿਸਾਨ ਕੋਲ ਜਾ ਚੁੱਕਿਆ ਜੀ।
ਇਹ ਪੈਸਾ ਸਰ ਇਹਨਾਂ ਕੋਲ ਜਿਨ੍ਹਾਂ ਨੇ ਮਿੱਟੀ ਚੁਕਾਈ ਹੈ ਇਹਨਾਂ ਦੇ ਕੋਲ ਜਾ ਚੁੱਕਿਆ, ਪਰ ਕਿਸੇ ਨੇ ਵੀ ਆ ਕੇ ਸਾਡੇ ਨਾਲ ਹਮਦਰਦੀ ਪ੍ਰਗਟ ਨਹੀਂ ਕੀਤੀ ਕਿ ਤੁਹਾਡਾ ਨੁਕਸਾਨ ਹੋਇਆ ਜੀ, ਤੁਹਾਡੇ ਨੁਕਸਾਨ ਦੀ ਅਸੀਂ ਭਰਪਾਈ ਕਰਾਂਗੇ, ਤੁਹਾਡਾ ਅਸੀਂ ਨੁਕਸਾਨ ਪੂਰ ਦਾਂਗੇ, ਆਉਣ ਵਾਲੇ ਸਮੇਂ 'ਚ ਵੀ ਤੁਹਾਡਾ ਨੁਕਸਾਨ ਹੋਇਆ ਅਸੀਂ ਪੂਰ ਦਾਂਗੇ। ਕਿਉਂਕਿ ਮੇਰੇ ਪਰਿਵਾਰ ਲਈ ਤਾਂ ਸਰ ਇਹ ਇਹਨਾਂ ਨੇ ਖੂਹ ਪੱਟ ਕੇ ਸਿੱਟਤਾ। ਜੇ ਉਹ ਕਹਿ ਦੇਣ ਵੀ ਇਹ ਤਾਂ ਲੀਗਲ ਚੁਕਾਈ ਹੈ, ਅਸੀਂ ਤੁਸੀਂ ਚੁਕਾ ਲਓ। ਮੇਰੇ ਕੋਲ ਪੇਪਰ ਬੋਲਦੇ ਨੇ ਸਰ, ਮੇਰੇ ਕੋਲ ਪੇਪਰ ਬੋਲਦੇ ਨੇ। ਐਕਸ਼ਨ ਸਾਹਿਬ ਨੂੰ ਮੈਂ ਪੂਰਾ ਜਾ ਕੇ ਅਸੀਂ ਮਿਲ ਕੇ ਆਏ ਆ, ਕਹਿ ਕੇ ਆਏ, ਉਹਨਾਂ ਨੂੰ ਦੱਸ ਕੇ ਆਏ ਆ, ਕਹਿੰਦੇ ਹਾਂਜੀ ਬਿਲਕੁਲ ਨਜਾਇਜ਼ ਹੋਇਆ, ਪਰ ਨਜਾਇਜ਼ ਹੋਇਆ ਸਰ ਕਾਰਵਾਈ ਕਿਹਨੇ ਕਰਨੀ ਹੈ? ਤੁਸੀਂ ਕੋਰਟ ਦਾ ਰੁਖ ਨਹੀਂ ਕੀਤਾ, ਕਾਨੂੰਨ ਤਾਂ ਹੈਗਾ। ਬਿਲਕੁਲ ਸਰ, ਕੋਰਟ ਦਾ ਹੁਣ ਇਹ ਲਾਸਟ ਆਪਸ਼ਨ ਮੇਰੇ ਕੋਲ ਇਹੀ ਹੈ ਕਿ ਇਸ ਤੋਂ ਬਾਅਦ ਮੈਂ ਹਾਈ ਕੋਰਟ ਦਾ ਰੁਖ ਕਰੂੰਗਾ, ਕਿਉਂਕਿ ਮੈਨੂੰ ਹੋਰ ਸਾਰੇ ਪਾਸੇ ਤੇ ਮੇਰੀ ਸੁਣਵਾਈ ਨਹੀਂ ਹੋਈ, ਤਾਂ ਮੈਂ ਹੁਣ ਹਾਈ ਕੋਰਟ ਹੀ ਜਾਣ ਨੂੰ ਤਿਆਰ ਬੈਠਾ। ਜਿਹੜੇ ਲੋਕਾਂ ਨੇ ਚੁਕਾਈ ਆ ਮਿੱਟੀ, ਹੋਰ ਆਸੇ-ਪਾਸੇ ਵੀ ਇਹ ਟ੍ਰੈਂਡ ਬਣਿਆ ਹੋਇਆ ਵੀ ਲੋਕੀ ਚੁਕਾਉਂਦੇ ਜਾਂ ਸਿਰਫ ਇਹੀ ਇੱਕ? ਬਿਲਕੁਲ ਸਰ, ਇਹਨਾਂ ਨੇ ਕੀ ਹੈ ਜੀ, ਪਿੰਡ 'ਚ ਕਮਿਸ਼ਨ ਏਜੰਟ ਰੱਖੇ ਹੋਏ ਨੇ। ਕਮਿਸ਼ਨ ਏਜੰਟ ਕੀ ਕਰਦੇ ਨੇ, ਘਰ ਘਰ ਜਾ ਕੇ ਦਰਵਾਜ਼ਾ ਖੜਕਾਉਂਦੇ ਨੇ ਜੀ, ਦਰਵਾਜ਼ਾ ਖੜਕਾ ਕੇ ਬੰਦਿਆਂ ਨੂੰ ਲਾਲਚ ਦਿੰਦੇ ਨੇ। ਮੇਰੇ ਕੋਲ ਵੀ ਆਲੇ ਜੀ, ਕਹਿੰਦੇ ਤੁਹਾਨੂੰ 60-70 ਲੱਖ ਰੁਪਇਆ ਬਣ ਜਾਣਾ, ਤੁਸੀਂ ਮਿੱਟੀ ਚੁਕਾ ਦਿਓ। ਮੈਂ ਕਿਹਾ ਮੈਂ ਆਪਣੀ ਜ਼ਮੀਨ ਬਰਬਾਦ ਨਹੀਂ ਕਰਨੀ, ਮੈਂ ਮਿੱਟੀ ਨਹੀਂ ਚੁਕਾਉਣੀ। 60-70 ਲੱਖ ਤਾਂ ਬਹੁਤ ਜ਼ਿਆਦਾ ਹੁੰਦਾ ਹੈ। ਇੰਨੇ ਪਿੱਛੇ ਦਾ ਲੋਕ ਪਤਾ ਨਹੀਂ ਕੀ ਕੁਝ ਵੇਚਣ ਲਈ ਤਿਆਰ ਹੋ ਜਾਂਦੇ, ਆਪਣਾ ਜ਼ਮੀਰ ਵੇਚ ਦਿੰਦੇ। ਬਿਲਕੁਲ ਜੀ, ਬਿਲਕੁਲ ਸਰ, ਸਾਰੇ ਹੀ ਬੰਦੇ ਵਿਕਾਊ ਹੋਏ ਹੋਏ ਨੇ ਜੀ। ਪਰ ਅੱਜ ਦੀ ਡੇਟ 'ਚ ਮੇਰੀ ਜ਼ਮੀਨ ਇਦਾਂ ਹੀ ਰਹੇਗੀ। ਮੇਰੀ ਜ਼ਮੀਨ ਦਾ ਕਦੇ ਮੇਰੀ ਖਸਰਾ ਨੰਬਰ ਦਾ ਕੋਈ ਵੀ ਮਾਈਨਿੰਗ ਪਰਮਿਟ ਜਾਰੀ ਹੋਇਆ ਤਾਂ ਮੇਰੇ ਤੇ ਕਾਰਵਾਈ ਕਰ ਦਿਓ। ਜੇ ਮੈਂ ਗਲਤ ਹਾਂ ਤਾਂ ਪ੍ਰਸ਼ਾਸਨ ਮੇਰੇ ਤੇ ਕਾਰਵਾਈ ਕਰ ਸਕਦਾ ਜਿੱਥੇ ਮੈਂ ਗਲਤ ਹਾਂ। ਜੇ ਮੈਂ ਕੋਈ ਗਲਤੀ ਕੀਤੀ, ਮੇਰੇ ਪਰਿਵਾਰ ਨੇ ਦੱਸਿਆ ਤਾਂ ਜਾਵੇ ਵੀ ਕਸੂਰ ਕੀ ਹੈ ਜੀ, ਕਰਿਆ ਕਿਸੇ ਨੇ, ਪਰ ਮੇਰਾ ਪਰਿਵਾਰ ਰਿਹਾ। ਸਫ਼ਰ ਅਸੀਂ ਕਰ ਰਹੇ ਸਰ, ਸਾਡੀ ਰੋਟੀ ਪਾਣੀ, ਸਾਡਾ ਸੌਣਾ ਮੁਹਾਲ ਹੋਇਆ ਪਿਆ। ਅਸੀਂ 5 ਮਹੀਨੇ ਦੇ ਸਰ ਭਟਕਦੇ ਫਿਰ ਰਹੇ ਹਾਂ ਇੱਧਰ। ਹੁਣ ਜਿਹੜੇ ਹੋਰ ਲੋਕ ਹੈਗੇ ਉਹ ਕਹਿਣਗੇ ਬਈ ਤੁਹਾਨੂੰ ਇਹ 'ਚ ਕੀ ਤੰਗੀ, ਤੁਹਾਡੇ ਖੇਤ ਨੂੰ ਅਸੀਂ ਟੱਚ ਨਹੀਂ ਕੀਤਾ, ਅਸੀਂ ਆਪਣੀ ਮਿੱਟੀ ਚੁਕਾਈ, ਸਾਡਾ ਖੇਤ, ਸਾਡੀ ਪ੍ਰਾਪਰਟੀ, ਤੁਹਾਨੂੰ ਕੀ ਤਕਲੀਫ ਹੋਈ ਇਹਦੇ ਨਾਲ? ਬਿਲਕੁਲ ਸਰ, ਬਿਲਕੁਲ। ਜੇ ਕਿਸੇ ਨੇ ਮਿੱਟੀ ਚੁਕਾਉਣੀ ਹੈ ਚੁਕਾਵੇ, ਆਪਣੇ ਰਕਬੇ 'ਚੋਂ ਚੁਕਾਵੇ, ਪਰ ਜਿਹੜਾ ਹੁਣ ਨੁਕਸਾਨ ਹੋ ਰਿਹਾ ਨਾਲ ਦੇ ਖੇਤਾਂ ਦਾ, ਹੁਣ ਨਾਲ ਦੇ ਖੇਤਾਂ ਦੀ ਸਰ ਪਾਣੀ ਦੀ ਢਲਾਣ ਇੱਧਰ ਨੂੰ ਹੈ, ਪਾਣੀ ਜਿਹੜਾ ਢਲਦਾ ਇੱਧਰ ਨੂੰ ਆਉਂਦਾ ਸਰ, ਉੱਪਰੋਂ ਪਾਣੀ ਖੇਤਾਂ ਦਾ ਮੇਰੇ ਖੇਤਾਂ 'ਚੋਂ, ਮੇਰੇ ਖੇਤਾਂ ਦਾ ਹੋ ਕੇ ਇੱਧਰਲੇ ਖੇਤਾਂ 'ਚ ਜਾਣਾ। ਮਤਲਬ ਜਦੋਂ ਇੱਧਰਲੇ ਖੇਤ ਵਿੱਚ ਜਾਂਦਾ ਹੈ ਤਾਂ ਫਿਰ ਉਹ ਪਰਨਾਲਾ ਬਣ ਜਾਂਦਾ ਹੈ। ਪਰਨਾਲਾ ਸਰ, ਮੇਰੇ ਖੇਤ 'ਚ ਪਾੜ ਪੈ ਜਾਂਦਾ। 2 ਜਗ੍ਹਾ ਤੋਂ ਮੇਰੀ ਜ਼ਮੀਨ ਖੁਰ ਰਹੀ ਹੈ ਜੀ। 3 ਕਿੱਲੇ ਮੇਰੇ ਕੋਲ ਜ਼ਮੀਨ ਹੈ ਸਰ, ਹੋਰ ਕੋਈ ਮੇਰੇ ਕੋਲ ਜੂਣ ਦਾ ਆਸਰਾ ਨਹੀਂ ਹੈਗਾ। ਇਹ ਪਾੜ ਪਿਆ ਸੀ ਜਿਹੜਾ, ਇਹ 2 ਪਾੜ ਨੇ ਸਰ ਜੀ। ਇੱਕ ਪਾੜ ਨੀਚੇ ਆ ਮੇਰੇ ਖੇਤ 'ਚ ਹੈ ਜੀ, ਤੇ 2 ਜਗ੍ਹਾ ਤੋਂ ਮੇਰੀ ਜ਼ਮੀਨ ਖੁਰ ਰਹੀ ਹੈ। ਹੁਣ ਆਉਣ ਵਾਲੇ ਫਿਊਚਰ 'ਚ ਵੀ ਇਹ ਖੁਰਦੀ ਜਾਣੀ ਹੈ ਜੀ, ਤੇ ਇਹਨਾਂ ਨੇ ਤਾਂ ਆਪਣੀ ਜ਼ਮੀਨ ਬੰਜਰ ਕਰ ਲਈ, ਹੁਣ ਮੇਰੀ ਵੀ ਅੱਗੇ ਬੰਜਰ ਕਰਨ ਪਰ ਤੁਲੇ ਹੋਏ। ਫਿਰ ਹੁਣ ਮਿੱਟੀ ਤੁਸੀਂ ਉੱਤੇ ਦੁਬਾਰਾ ਤੁਸੀਂ ਪਾਈ ਹੈ ਇਹਨੂੰ, ਜਿਹੜਾ ਬੰਨਿਆ ਬੰਨ? ਇਹ ਕੰਪਨੀ ਵਾਲਿਆਂ ਨੇ ਪਾਈ ਹੈ। ਜਦ ਇਹਨਾਂ ਦੇ ਹੈੱਡ ਆਫਿਸ ਗਿਆ, ਐਕਸ਼ਨ ਸਾਹਿਬ ਕੋਲ ਗਿਆ, ਇਹਨਾਂ ਨੂੰ ਇਹ ਲੱਗਿਆ ਕਿ ਮੀਡੀਆ ਦੇ ਵਿੱਚ ਇਹ ਚੀਜ਼ ਨਾ ਆ ਜਾਏ ਤਾਂ ਇਹ ਪਾੜਾਂ ਨੂੰ ਅਸੀਂ ਭਰ ਦਿੰਨੇ। ਇਹਨਾਂ ਨੇ ਪਾੜਾ ਭਰ ਕੇ ਗਏ ਜੀ, ਕੰਪਨੀ ਵਾਲੇ ਭਰ ਕੇ ਗਏ, ਮੈਂ ਨਹੀਂ ਭਰਿਆ ਸਰ। ਹੁਣ ਤੁਸੀਂ ਹੱਲ ਕੀ ਚਾਹੁੰਦੇ ਹੋ ਵੀ ਇਹਨੂੰ ਕੀ ਕੀਤਾ ਜਾਵੇ? ਮਿੱਟੀ ਤਾਂ ਚੁੱਕੀ ਗਈ ਇੱਥੋਂ। ਬਿਲਕੁਲ ਸਰ, ਮੈਂ ਇਹ ਕਹਿਣਾ ਵੀ ਜਿਹੜਾ ਮੇਰੇ ਲਈ ਖੂਹ ਪੱਟਿਆ, ਇਹ ਖੂਹ ਨੂੰ ਕਿੱਦਾਂ ਭਰਨਾ, ਇਹ ਪ੍ਰਸ਼ਾਸਨ ਸੋਚੇ, ਇਹ ਐਕਸ਼ਨ ਸਾਹਿਬ ਸੋਚਣ, ਇਹ ਐਸਡੀਓ ਸਾਹਿਬ ਸੋਚਣ ਕਿ ਮੇਰੇ ਲਈ ਜੋ ਖੂਹ ਪੱਟਿਆ ਹੈ ਇਹ ਖੂਹ ਨੂੰ ਕਿਵੇਂ ਰੋਕਣਾ, ਮੇਰੀ ਜਿਹੜੀ ਜ਼ਮੀਨ ਹੈ ਇੱਧਰ ਨੂੰ ਨਾ ਢਲੇ ਉਸ ਨੂੰ ਕਿੱਦਾਂ ਰੋਕਣਾ ਹੈ, ਉਹ ਐਕਸ਼ਨ ਸਾਹਿਬ ਸੋਚਣ ਜਾਂ ਐਸਡੀਓ ਸਾਹਿਬ ਸੋਚਣ ਜਿਨ੍ਹਾਂ ਨੇ ਮਾਈਨਿੰਗ ਪਰਮਿਟ ਇਸ਼ੂ ਕਰਿਆ। ਕਿਉਂਕਿ ਸਰ ਜਿਹੜੀ ਇਹ ਕੰਪਨੀ ਹੈ, ਲੇਆਊਟ 'ਚ ਡਿਟੇਲ ਸੀ ਖੇਤ ਦੀਆਂ ਗਲਤ ਦਿਖਾਉਂਦੇ ਜੀ, ਕੋਈ ਫੀਲਡ ਇਨਸਪੈਕਸ਼ਨ ਨਹੀਂ ਹੁੰਦੀ, ਕੋਈ ਇੱਥੇ ਆ ਕੇ ਵਿਜ਼ਿਟ ਨਹੀਂ ਕਰਦਾ। ਜਦੋਂ ਮਾਈਨਿੰਗ ਹੁੰਦੀ ਹੈ ਆ ਕੇ ਕੋਈ ਚੈੱਕ ਨਹੀਂ ਕਰਦਾ ਕਿ ਜਿੰਨੀ ਅਸੀਂ ਡੈਫਥ ਦਿੱਤੀ ਹੈ, ਜਿੰਨੇ ਟਨ ਅਸੀਂ ਇਹਨਾਂ ਨੂੰ ਅਲਾਓ ਕੀਤਾ ਪਰਮਿਟ ਦੇ ਵਿੱਚ, ਅਸੀਂ 19 ਇਹ ਚੱਕ ਰਹੇ ਹਾਂ। ਕੋਈ ਇਹਨਾਂ ਨੂੰ ਮੌਕੇ ਤੇ ਆ ਕੇ ਇਹਨਾਂ ਦਾ ਵਹੀਕਲ ਨਹੀਂ ਪਕੜਦਾ, ਕੋਈ ਇਹਨਾਂ ਦਾ ਮੌਕੇ ਤੇ ਆ ਕੇ ਇਹਨਾਂ ਨੂੰ ਰੋਕਦਾ ਨਹੀਂ ਸਰ। ਸਾਡੇ ਬਾਰ-ਬਾਰ ਗੁਹਾਰ ਲਾਉਣ ਤੇ ਵੀ ਕੋਈ ਇੱਥੇ ਵਿਜ਼ਿਟ ਕਰਨ ਨਹੀਂ ਆਇਆ ਜੀ। ਉਹ ਤਾਂ ਇਹ ਵੀ ਕਹਿ ਦੇਣਗੇ ਨਾ ਵੀ ਇਹ ਖੇਤ ਤਾਂ ਪਹਿਲਾਂ ਹੀ ਇੰਨਾ ਡੂੰਘਾ ਸੀ, ਇਹ ਖੇਤ ਦੇ ਵਿੱਚ ਤਾਂ ਮਿੱਟੀ ਚੁੱਕੀ ਨਹੀਂ ਗਈ। ਸਬੂਤ ਕੀ ਤੁਹਾਡੇ ਕੋਲ? ਸਬੂਤ ਵੀ ਹੈਗੇ ਕੋਈ? ਬਿਲਕੁਲ ਮੇਰੇ ਕੋਲ ਪੂਰੇ ਸਬੂਤ ਹੈ ਸਰ। ਮੇਰੇ ਕੋਲ ਫੋਟੋਗ੍ਰਾਫਸ, GPS ਫੋਟੋਗ੍ਰਾਫ ਵਿਦ ਡੇਟ ਐਂਡ ਟਾਈਮ, ਕਿਉਂਕਿ ਇਹ ਮਾਈਨਿੰਗ ਜਿਹੜੀ ਹੈ ਮਾਰਚ ਸਟਾਰਟ ਹੋ ਗਈ, ਪਰ ਜਿਹੜਾ ਇਹ ਪਰਮਿਟ ਹੈ, ਇਹ ਪਰਮਿਟ ਇਸ਼ੂ ਹੋਇਆ ਮਈ 'ਚ। ਮੇਰੇ ਕੋਲ ਸਬੂਤ ਦੇ ਵਿੱਚ ਡੇਟ ਵੀ ਹੈ ਸਰ, ਟਾਈਮ ਵੀ ਹੈ, ਜਿਸ ਮਸ਼ੀਨਾਂ ਦੀਆਂ ਫੋਟੋਆਂ ਵੀ ਨੇ, ਤੇ ਮੇਰੇ ਕੋਲ ਗੱਡੀਆਂ ਦੀਆਂ ਫੋਟੋਆਂ ਵੀ ਨੇ ਜਿਹੜੀਆਂ ਮਸ਼ੀਨਾਂ ਨੇ ਚੱਕੀਆਂ ਨੇ ਜੀ। ਮੇਰੇ ਕੋਲ ਸਾਰਾ ਕੋਈ ਸਬੂਤ ਨੇ, ਜੋ ਸਬੂਤ ਵੀ ਅਫਸਰ ਮੇਰੇ ਤੋਂ ਮੰਗੇ ਮੈਂ ਲਿਖਾਉਣ ਨੂੰ ਤਿਆਰ ਹਾਂ ਜੀ। ਮੇਰੇ ਕੋਲ ਸਾਰੇ ਸਬੂਤ ਇੱਥੇ ਪਏ ਨੇ, ਇਹਦੇ ਵਿੱਚ ਸਾਰੇ ਸਬੂਤ ਮੈਂ ਲਗਾਏ ਹੋਏ ਨੇ। ਹੁਣ ਇਹੀ ਸਬੂਤ ਜੇ ਮੇਰੀ ਸੁਣਵਾਈ ਪ੍ਰਸ਼ਾਸਨ ਨਹੀਂ ਕਰਦਾ ਸਰ, ਹੁਣ ਇਹੀ ਸਬੂਤ ਮੈਂ ਅੱਗੇ ਕੋਰਟ 'ਚ ਪੇਸ਼ ਕਰਾਂਗਾ ਜੀ। ਤੇ ਸਰ ਇਦਾਂ ਦੀ ਫਰਮ ਨੂੰ ਜਿਹੜਾ ਕਿਸੇ ਦਾ ਨੁਕਸਾਨ ਕਰ ਰਹੀ ਹੈ, ਹੁਣ ਮੰਨ ਲਓ ਹਾਈਵੇ ਬਣਾ ਰਹੇ, ਚਲੋ ਲੋਕਾਂ ਦੇ ਫਾਇਦੇ ਲਈ ਬਣਾ ਰਹੇ, ਬਟ ਜਦੋਂ ਹਾਈਵੇ ਦਾ ਨੁਕਸਾਨ ਹੀ ਕਰ ਰਿਹਾ ਸਾਨੂੰ, ਹੁਣ ਸਾਡੇ ਲਈ ਤਾਂ ਹਾਈਵੇ ਸਰਾਪ ਹੋ ਗਿਆ। ਸਰ ਕੰਪਨੀ ਨੂੰ ਇਦਾਂ ਦੀ ਨੂੰ ਬਲੈਕ ਲਿਸਟ ਕਰ ਦੇਣਾ ਚਾਹੀਦਾ ਹੈ। ਐਸੀ ਕੰਪਨੀ ਨੂੰ ਇਹੋ ਜਿਹਾ ਕੰਮ ਨਹੀਂ ਦੇਣਾ ਚਾਹੀਦਾ ਜਿਹੜਾ ਆ ਕੇ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ। ਇਹ ਬਿਲਕੁਲ ਸਰ, ਇਹ ਤੁਸੀਂ ਚਾਰੇ ਪਾਸੇ ਜਾ ਕੇ ਦੇਖ ਲਓ, ਪਥਰੇੜੀ ਜੱਟਾਂ, ਪਥਰੇੜੀ ਰੰਗੜਾ, ਬਾੜਾ ਪਿੰਡ, ਸਲੌਰਾ ਪਿੰਡ ਤੇ ਬਾਲਥੰਡਾ, ਇਹ ਸਰ 4-5 ਪਿੰਡਾਂ 'ਚ ਬਿਲਕੁਲ ਇਲੀਗਲ ਮਾਈਨਿੰਗ ਚੱਲ ਰਹੀ ਹੈ ਤੇ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਸਰ। ਪੋਕ ਲਾਈਨਾਂ ਸਾਰੀਆਂ ਦੀ ਸਾਰੀਆਂ ਪੋਕ ਲਾਈਨਾਂ ਖੱਤਿਆਂ 'ਚ ਵੜ ਰਹੀਆਂ। ਪੋਕ ਲਾਈਨਾਂ ਖੜ ਕੇ ਦਿਨ ਰਾਤ ਚੱਕਦੇ ਸਰ ਇਹਨਾਂ ਨੇ, ਘੱਟੋ ਘੱਟ ਇਹ ਮਹੀਨੇ 1.5 ਮਹੀਨੇ 'ਚ ਚੱਕਤੀ। ਜਦ ਨੂੰ ਪਰਮਿਟ ਇਸ਼ੂ ਹੋਇਆ ਉਦੋਂ ਨੂੰ ਤਾਂ ਇਹਨਾਂ ਨੇ 20 ਫੁੱਟ ਮਿੱਟੀ ਚੱਕਤੀ ਸੀ ਸਰ। ਜੇ ਜਿਹੜੀ ਡੇਟ 'ਚ ਇਹਨਾਂ ਨੂੰ ਪਰਮਿਟ ਇਸ਼ੂ ਹੋਇਆ ਉਹ ਡੇਟ ਨੂੰ ਤਾਂ ਇਹ ਮਿੱਟੀ ਚੱਕੀ ਬੈਠੇ ਨੇ ਸਰ। ਮੇਰੇ ਕੋਲ ਸਾਰੇ ਸਬੂਤ ਨੇ, ਕੋਈ ਵੀ ਸਬੂਤ ਮੰਗੇ ਮੈਂ ਦਿਖਾਉਣ ਨੂੰ ਤਿਆਰ ਹਾਂ ਸਰ। ਮੇਰੇ ਕੋਲ ਸਾਰੇ ਸਬੂਤ ਨੇ। ਇਹ ਵਾਹੀਯੋਗ ਰਹੀ ਹੈ ਹੁਣ ਜ਼ਮੀਨ ਸਰ? ਵਾਹੀਯੋਗ ਬੰਜਰ ਹੋ ਗਈ ਜੀ। ਇਹ ਜ਼ਮੀਨ ਨੇ ਤਾਂ ਮੇਰੀ ਜ਼ਮੀਨ ਵੀ ਬੰਜਰ ਕਰਤੀ ਸਰ। ਇੱਥੇ ਵੀ ਕੁਝ ਪੈਦਾ ਨਹੀਂ ਹੋਣਾ। ਆਹ ਖੇਤ ਦੇਖੋ ਸਰ, ਇਹ ਖੇਤ ਦੇ ਵਿੱਚ ਮੈਂ ਬਾਸਮਤੀ ਝੋਨਾ ਲਾਉਣਾ, ਘੱਟੋ ਘੱਟ 27 ਤੋਂ 30 ਕੁਆਂਟਲ ਇਹਦੇ 'ਚ ਝਾੜ ਆਉਂਦਾ ਮੇਰਾ। ਹੁਣ ਇਹ ਮੇਰਾ ਆਹ ਕਿੱਲਾ ਤੇ ਅੱਧਾ ਕਿੱਲਾ ਮੇਰਾ ਥੱਲੇ, ਟੋਟਲ ਮੇਰਾ 1 ਕਿੱਲਾ ਬਾਣ ਵਿਹਲਾ ਪਿਆ। ਕਿੰਨੇ ਸਮੇਂ ਤੋਂ ਸਰ? ਇਹ ਘੱਟੋ ਘੱਟ ਮੇਰਾ 3 ਮਹੀਨੇ ਤੋਂ ਵਿਹਲਾ ਪਿਆ ਜੀ।
ਇਹ ਤੋਂ ਪਹਿਲਾਂ ਇੱਥੇ ਜਦੋਂ ਇਹ ਸਰ ਪਾੜ ਪਏ ਨੇ, ਮੱਕੀ ਲਾਈ ਹੋਈ ਸੀ, ਮੇਰੀ ਸਾਰੀ ਮੱਕੀ ਵਿੱਚ ਗਿਰ ਗਈ। ਉੱਧਰ ਝੋਨਾ ਲਾਇਆ ਸੀ, ਸਾਰਾ ਝੋਨਾ ਵਿੱਚ ਗਿਰ ਗਿਆ। ਮੈਂ ਇਹ ਕਹਿਣਾ ਹੁਣ ਜਿਹੜਾ ਰਿਕਵਰੀ ਨੋਟਿਸ ਜਾਰੀ ਕਰ ਰਹੇ ਜੀ, ਮੈਨੂੰ ਪ੍ਰਸ਼ਾਸਨ ਵਾਲੇ ਕਹਿ ਰਹੇ ਜੀ ਅਸੀਂ ਉਹਨਾਂ ਨੂੰ ਰਿਕਵਰੀ ਨੋਟਿਸ ਜਾਰੀ ਕਰ ਰਹੇ ਹਾਂ। ਰਿਕਵਰੀ ਨੋਟਿਸ ਜਿਹੜੀ ਪਲੰਟੀ ਲਾ ਦੇਣੀ ਸਰ, ਉਹ ਉਹਦੇ 'ਚ ਮੇਰਾ ਕੀ, ਮੇਰੇ ਨੁਕਸਾਨ ਦੀ ਪੂਰਤੀ ਕਿੱਦਾਂ ਹੋਊਗੀ? ਤੁਸੀਂ ਸਰਕਾਰੀ ਦਰਬਾਰੇ ਲੈਟਰ ਈਮੇਲਾਂ ਤਾਂ ਕੀਤੀਆਂ, ਤੁਹਾਡੇ ਵਿਧਾਇਕ ਹੋਣੇ ਆ ਜਿਹੜੇ ਨੁਮਾਇੰਦੇ ਤੁਹਾਡੇ ਚੁਣੇ, ਉਹਨਾਂ ਤੱਕ ਪਹੁੰਚ ਨਹੀਂ ਕੀਤੀ? ਬਿਲਕੁਲ ਜੀ ਸਰ, ਮੈਂ ਚੱਡਾ ਸਾਹਿਬ ਕੋਲ ਜਾ ਕੇ ਆਇਆ ਸੀ। ਚੱਡਾ ਸਾਹਿਬ ਦੀ ਕੋਠੀ ਗਿਆ ਤਾਂ ਉਹਨਾਂ ਦੇ ਜਿਹੜੇ ਪੀਏ ਸਾਹਿਬ ਸੀਗੇ ਉਹ ਕਹਿੰਦੇ ਜਿਹੜਾ ਪਿੰਡ ਹੈ ਤੁਹਾਡਾ ਇਹ ਪਿੰਡ ਜਿਹੜਾ ਹੈਗਾ ਸਾਡੇ ਹਲਕੇ 'ਚ ਨਹੀਂ ਆਉਂਦਾ, ਤੁਸੀਂ ਚੰਨੀ ਸਾਹਿਬ ਕੋਲ ਮਿਲੋ। ਤੇ ਚੰਨੀ ਸਾਹਿਬ ਨੂੰ ਸਰ ਮੈਂ ਉਹਨਾਂ ਦੇ ਪੀਏ ਨੂੰ ਫੋਨ ਕੀਤਾ ਸੀ, ਉਹਨਾਂ ਨੇ ਕਾਲ ਚੱਕੀ ਨਹੀਂ, ਅਟੈਂਡ ਨਹੀਂ ਕੀਤੀ। ਤੇ ਮੇਰੇ ਕੋਲ ਸਮਾਂ ਨਹੀਂ ਹੈਗਾ, ਮੈਂ ਪ੍ਰਾਈਵੇਟ ਜੌਬ ਕਰਦਾ ਸਰ, ਛੁੱਟੀ ਮਿਲਦੀ ਨਹੀਂ। ਮੈਂ ਹੁਣ ਦੇਖੋ ਜੌਬ ਕਰਾਂ, ਆਪਣੇ ਪਰਿਵਾਰ ਦਾ ਪੇਟ ਪਾਲਾਂ ਕਿ ਇਹ ਚੱਕਰਾਂ 'ਚ ਘੁੰਮਦਾ। ਫਿਰ ਵੀ ਇੱਕ ਵਾਰੀ ਜਾਣੂ ਕਰਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕਿ ਅਗਲੇ ਬਾਅਦ ਵਿੱਚ ਇਹ ਨਾ ਕਹਿਣ ਵੀ ਸਾਡੇ ਤੱਕ ਤਾਂ ਤੁਸੀਂ ਆਏ ਨਹੀਂ। ਬਿਲਕੁਲ ਸਰ, ਹੁਣ ਕਾਲ ਕਰ ਲੈਂਦੇ ਆਪਾਂ, ਹੁਣ ਜਾਣੂ ਕਰਵਾ ਦਿੰਦੇ, ਕੋਈ ਇਦਾਂ ਦੀ। ਮੈਂ ਫਿਰ ਉਹਨਾਂ ਦੀ ਧਿਆਨ 'ਚ ਲਿਆ ਕੇ ਦਊਂਗਾ ਮੈਟਰ ਸਰ, ਕਿਉਂਕਿ ਜਿਹੜੀ ਮੈਂ ਕਵਰੇਜ ਕਰਾਈ ਸੀ ਪਹਿਲਾਂ ਵੀ, ਉਹ ਮੈਂ ਇਹਨਾਂ ਨੂੰ ਟੈਗ ਕੀਤੀ ਸੀ, ਹਰ ਇੱਕ ਲੀਡਰ ਨੂੰ ਸਰ। ਮੀਤ ਹੇਅਰ ਮਾਈਨਿੰਗ ਮੰਤਰੀ ਨੂੰ ਵੀ ਮੈਂ ਟੈਗ ਕੀਤੀ, ਉਹਨਾਂ ਤੋਂ ਵੀ ਸਮਾਂ ਮੰਗਿਆ ਹੋਇਆ, ਉਹਨਾਂ ਦੇ ਪੀਏ ਕੋਲ ਵੀ ਗੱਲ ਪਹੁੰਚੀ ਹੋਈ, ਪਰ ਮੈਨੂੰ ਸਮਾਂ ਨਹੀਂ ਮਿਲ ਰਿਹਾ ਜੀ ਮਿਲਣੇ ਦਾ। ਇਹ ਫਰਮ ਵੱਡੀ ਹੈ ਸਰ, ਫਰਮ ਕਰਕੇ ਕਾਰਵਾਈ ਨਹੀਂ ਹੁੰਦੀ। ਕੱਲ੍ਹ ਨੂੰ ਜੇ ਇਹਨਾਂ ਨੇ ਕਾਰਵਾਈ ਵੀ ਕਰਨੀ ਹੋਈ ਕਿਸੇ ਛੋਟੇ ਬੰਦੇ ਤੇ ਕਰ ਦੇਣਗੇ, ਕਿਸੇ ਖੇਤ ਵਾਲੇ ਤੇ ਕਰ ਦੇਣਗੇ, ਜਦੋਂ ਕਿ ਕਾਰਵਾਈ ਹੈ ਜਿਹੜੀ ਸਿੱਧੀ ਜਿਹਦੇ ਤੇ ਪਰਮਿਟ ਇਸ਼ੂ ਹੋਇਆ ਉਹ ਫਰਮ ਤੇ ਬਣਦੀ ਹੈ। ਫਰਮ ਕਿਹੜੀ ਹੈ ਜੀ? ਸੀਗਲ ਇੰਡੀਆ ਲਿਮਟਿਡ ਲੁਧਿਆਣਾ। ਇਹ ਸ਼ਬਦ ਤੁਹਾਡੇ ਬੇਭਰੋਸਗੀ ਜਤਾ ਰਹੇ ਆ ਸਰਕਾਰ ਦੇ ਉੱਤੇ। ਤੁਹਾਨੂੰ ਭਰੋਸਾ ਨਹੀਂ ਹੈ ਸਰਕਾਰ ਦੇ ਉੱਤੇ? ਕਿਉਂਕਿ ਸਰਕਾਰ ਤਾਂ ਵੱਡੀਆਂ ਗੱਲਾਂ, ਸਰਕਾਰ ਦੀਆਂ ਵੱਡੇ ਦਾਅਵੇ ਇਹ ਰਹਿੰਦੇ ਆ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਆਮ ਲੋਕ ਸਾਡੇ ਦਫ਼ਤਰਾਂ ਤੱਕ ਜਦੋਂ ਮਰਜ਼ੀ ਪਹੁੰਚ ਕਰਨ, ਅਸੀਂ ਵਿਚਰਨਾ ਹੀ ਆਮ ਲੋਕਾਂ 'ਚ, ਅਸੀਂ ਦੂਜਿਆਂ ਵਾਂਗ ਜਾ ਕੇ ਚੰਡੀਗੜ੍ਹ ਨਹੀਂ ਬਹਿਣਾ। ਫਿਰ ਤੁਸੀਂ ਇਹ ਜਿਹੜੇ ਬੇਭਰੋਸਗੀ ਜਿਹੜੇ ਵਰਗੇ ਸ਼ਬਦ ਅਜਿਹੇ ਕਿਉਂ ਵਰਤ ਰਹੇ ਹੋ? ਅਜਿਹੀ ਭਰੋਸਾ ਕਿਉਂ ਨਹੀਂ ਤੁਹਾਨੂੰ? ਬਿਲਕੁਲ ਸਰ, ਇਹ ਕੀ ਹੈ ਕਿ ਮਾਰਚ ਮਹੀਨੇ ਦਾ ਮੈਟਰ ਪ੍ਰਸ਼ਾਸਨ ਦੇ ਧਿਆਨ 'ਚ, ਸੀਐਮ ਆਫਿਸ ਦੇ ਧਿਆਨ ਦੇ ਵਿੱਚ, ਡੀਸੀ ਸਾਹਿਬ ਰੋਪੜ ਦੇ ਧਿਆਨ ਦੇ ਵਿੱਚ, ਐਸਡੀਐਮ ਸਾਹਿਬ ਦੇ ਧਿਆਨ ਦੇ ਵਿੱਚ ਮੈਂ ਲਿਆਇਆ ਹੋਇਆ। 5 ਮਹੀਨੇ ਤੋਂ ਮੈਂ ਧੱਕੇ ਖਾ ਰਿਹਾ, ਇਸ ਕਰਕੇ ਮੈਨੂੰ ਬੇਭਰੋਸਗੀ ਹੋ ਗਈ ਸਰ। ਹੁਣ ਮੈਂ ਥੱਕ ਚੁੱਕਿਆ, ਹੁਣ ਮੈਂ ਹਾਰ ਚੁੱਕਿਆ, ਮੈਂ ਹੰਭ ਚੁੱਕਿਆ। ਹੁਣ ਮੈਨੂੰ ਇਹ ਨਹੀਂ ਲੱਗਦਾ ਕਿ ਮੈਨੂੰ ਇਨਸਾਫ ਮਿਲੇਗਾ। ਮੈਨੂੰ ਇਨਸਾਫ ਲਈ ਕੋਰਟ ਦਾ ਦਰਵਾਜ਼ਾ ਹੀ ਖੜਕਾਉਣਾ ਪੈਣਾ। ਮੈਨੂੰ ਲਾਰਿਆਂ ਤੋਂ ਸਿਵਾਏ ਕਿਸੇ ਵੀ ਦਫ਼ਤਰ ਤੋਂ ਕੁਝ ਨਹੀਂ ਮਿਲਿਆ ਸਰ। ਬਹੁਤ ਸਾਰੇ ਲੋਕ ਇਹ ਵੀ ਹੁੰਦੇ ਆ ਕਿ ਜਦੋਂ ਅਜਿਹਾ ਮਸਲਾ ਆਉਂਦਾ ਮੀਡੀਆ ਨੂੰ ਸੱਦ ਲਓ ਜੀ, ਦੂਜਿਆਂ ਨੂੰ ਬਲੈਕਮੇਲ ਕਰੀਏ ਤਾਂ ਕਿ ਅਸੀਂ ਆਪਣਾ ਕੋਈ ਫਾਇਦਾ ਲੈ ਸਕੀਏ, ਮੈਨੂੰ ਪੈਸੇ ਦੇ ਦਿਓ, ਮੇਰੀਆਂ ਝੋਲੀਆਂ ਭਰ ਦਿਓ। ਇਹ ਜੀ ਮਨਸ਼ਾ ਤਾਂ ਨਹੀਂ ਤੁਹਾਡੀ ਕੋਈ? ਬਿਲਕੁਲ ਸਰ, ਇਦਾਂ ਦੀ ਕੋਈ ਮਨਸ਼ਾ ਨਹੀਂ। ਨਾ ਕਦੇ ਵਿਕੇ ਆ, ਨਾ ਵਿਕਣਾ ਸਰ। ਨਾ ਕੋਈ ਮੇਰੇ ਤੇ ਦਬਾਅ ਹੈ, ਨਾ ਦਵਾਂਗੇ ਨਾ ਵਿਕਾਂਗੇ। ਅੱਜ ਦੀ ਡੇਟ 'ਚ ਤੁਹਾਨੂੰ ਕਹਿ ਕੇ ਜਾ ਰਹੇ ਹਾਂ ਗੱਲ, ਸਾਡੇ ਖੇਤ ਜਿੱਦਾਂ ਹੋਣਗੇ ਅਸੀਂ ਉਦਾਂ ਹੀ ਰੱਖਾਂਗੇ। ਕੋਈ ਮਾਈਨਿੰਗ ਪਰਮਿਟ ਨਹੀਂ ਇਸ਼ੂ ਹੋਊਗਾ, ਕਦੇ ਇਹਦੇ 'ਚੋਂ ਮਿੱਟੀ ਨਹੀਂ ਚੁਕਾਈ ਜਾਊਗੀ, ਕਦੇ ਕੁਝ ਨਹੀਂ ਕਰਾਂਗੇ। ਜਿਹੜੇ ਖੇਤ ਇਦਾਂ ਹੀ ਹੈ, ਇਦਾਂ ਹੀ ਰਹਿਣਗੇ ਸਰ। ਇਹ ਜ਼ਮੀਨ ਤੁਸੀਂ ਦੱਸਿਆ ਤੁਹਾਡੇ ਮਾਤਾ ਜੀ ਦੇ ਨਾਮ? ਮਾਤਾ ਜੀ ਦਾ ਨਾਮ ਹੈ ਸਰ, ਮਾਤਾ ਜੀ ਦਲਜੀਤ ਕੌਰ ਨੇ ਜੀ, ਆਪਣਾ ਵਿਧਵਾ ਨੇ ਜੀ। ਮੇਰੇ ਪਿਤਾ ਜੀ ਹੈ ਨਹੀਂ, ਪਿਤਾ ਜੀ ਇਸ ਦੁਨੀਆ 'ਚ ਨਹੀਂ। ਮੈਂ ਹੀ ਹੁਣ ਸਰ ਇਕੱਲਾ ਜ਼ਿੰਮੇਵਾਰੀਆਂ, 2 ਭੈਣਾਂ ਦੀ ਜ਼ਿੰਮੇਵਾਰੀ ਹੈ, ਪਰਿਵਾਰ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ। ਹੋਰ ਕੋਈ ਕਮਾਉਣ ਵਾਲਾ ਜੀ ਘਰ 'ਚ ਨਹੀਂ ਹੈਗਾ ਸਰ। ਇਸ ਜ਼ਮੀਨ ਦਾ ਸਾਨੂੰ ਆਸਰਾ ਸੀਗਾ, ਸਾਨੂੰ ਰੱਬ ਸ਼ੁਕਰ ਦੇਈ ਜਾਂਦਾ ਸੀ। 3 ਟਾਈਮ ਦੀ ਰੋਟੀ ਅਸੀਂ ਵਧੀਆ ਖਾ ਰਹੇ ਸੀਗੇ, ਪਰ ਹੁਣ ਸਰ ਇਹਨਾਂ ਨੇ ਸਾਡੀ ਰੋਟੀ ਤੇ ਵੀ ਲੱਤ ਮਾਰਤੀ। ਸੋ ਬਿਲਕੁਲ ਮਾਤਾ ਜੀ ਵੀ ਇੱਥੇ ਹੈਗੇ ਆ, ਗੱਲਬਾਤ ਕਰਦੇ ਆ। ਮਾਤਾ ਜੀ, ਤੁਹਾਡੇ ਪੁੱਤਰ ਨੇ ਦੱਸਿਆ ਕਿ ਇੱਥੇ ਬਹੁਤ ਨੁਕਸਾਨ ਹੋਇਆ ਜਿਹੜਾ ਤੁਹਾਡੇ ਖੇਤਾਂ ਦਾ ਇਸ ਟੋਏ ਦੇ ਪੈ ਜਾਣ ਕਰਕੇ। ਤੁਹਾਨੂੰ ਵੀ ਇਹੀ ਮਹਿਸੂਸ ਹੁੰਦਾ? ਹਾਂਜੀ, ਸਾਨੂੰ ਵੀ ਆਹੀ ਹੈ। ਬਸ ਸਾਡੀ ਦਿਨ ਰਾਤ ਦੀ ਨੀਂਦ ਹਰਾਮ ਕਰੀ ਪਈ ਹੈ। ਮੈਂ ਤਾਂ ਇਹਦਾ ਮੈਨੂੰ ਬੜਾ ਸਹਾਰਾ ਤਾਂ ਜੌਬ ਦੀ ਤਾਂ ਥੋੜ੍ਹੀ ਜਿਹੀ ਤਨਖਾਹ ਪ੍ਰਾਈਵੇਟ ਦੀ, ਮੇਰੀ ਇੰਨੀ ਦਵਾਈ ਪੁੜੀ ਚੱਲਦੀ ਮੇਰੇ ਬੱਚਿਆਂ ਦੀ। ਬਸ ਮੈਂ ਇਸੇ ਜ਼ਮੀਨ 'ਤੇ ਇੰਨੀ ਸੁੱਖ ਦੀ ਨੀਂਦ ਸੌਂ ਰਹੀ ਤੀ। ਅੱਜ ਮੈਨੂੰ ਆਪਣੇ ਘਰ ਵਾਲੇ ਦੀ ਵੀ ਯਾਦ ਆ ਰਹੀ। ਜੇ ਅੱਜ ਮੇਰਾ ਘਰ ਵਾਲਾ ਹੁੰਦਾ ਤਾਂ ਇੱਥੇ ਕੰਪਨੀ ਖੜ੍ਹਤਾ ਜਾਂਦੀ। ਇੰਨਾ ਰੋਬ ਸੀਗਾ ਮੇਰੇ ਘਰ ਵਾਲੇ ਦਾ, ਅੱਜ ਮੈਨੂੰ ਉਹਨਾਂ ਦੀ ਵੀ ਯਾਦ ਸਤਾਉਂਦੀ ਵੀ। ਬੜੀਆਂ ਮਿਹਨਤਾਂ ਮੁਸ਼ੱਕਤਾਂ ਕਰਕੇ ਬੰਦਾ ਟੁਕੜਾ ਜ਼ਮੀਨ ਦਾ ਬਚਾਉਂਦਾ ਹੈ ਕਿ ਕਦੀ ਇਹ ਵੇਚਣਾ ਨਾ ਪਵੇ, ਇਹਨੂੰ ਸਾਂਭ ਕੇ ਰੱਖੀਏ, ਘਰ ਦਾ ਗੁਜ਼ਾਰਾ ਚੱਲਦਾ ਰਹੇ। ਕਿੰਨੀ ਕੁ ਮਿਹਨਤ ਕਰਕੇ ਤੁਸੀਂ ਇਹ ਜ਼ਮੀਨ ਜਿਹੜੀ ਬਚਾ ਕੇ ਰੱਖੀ ਹੋਈ? ਹਾਂਜੀ, ਬਹੁਤ ਜ਼ਿਆਦਾ। ਮੇਰੇ ਆਦਮੀ ਇੱਥੇ ਰਾਤ ਨੂੰ ਦਿਨ ਵਿੱਚ ਇੱਥੇ ਪੈਣਾ ਉਹਨਾਂ ਨੇ, ਵੀ ਖੇਤ ਦਾ ਕੋਈ ਬਾਲ ਬਿੰਗਾ ਨਾ ਹੋ ਜਾਵੇ। ਬੜੀ ਮਿਹਨਤ ਮੁਸ਼ੱਕਤ ਨਾਲ ਅਸੀਂ ਜ਼ਮੀਨ ਦੀ ਖੇਤੀ ਦੀ ਫਸਲ ਦੁੱਗਣੀ ਕੱਢਦੇ ਸੀ। ਇਹ ਤਾਂ ਜ਼ਮੀਨ ਹੈ ਮੇਰੀ ਬਹੁਤ ਵਧੀਆ, ਜਿਹੜਾ ਅੱਜ ਆਹ ਰੇਤਾ ਜਿਹਾ ਪਾ ਕੇ ਹੇਠਾਂ ਤੇ ਕੱਢ ਕੇ ਕੰਪਨੀ ਵਾਲੇ। ਬਈ ਹੁਣ ਅਸੀਂ ਕਰੂੰਗੇ ਕਿਆ? ਸਾਡੀ ਕੋਈ ਸੁਣਾਈ ਉਹ ਨਹੀਂ ਕਰਦਾ, ਪਰ ਮੈਨੂੰ ਪਤਾ ਹੈ ਅੱਜ ਰੱਬ ਹੀ ਸੁਣ ਲਵੇ ਤਾਂ ਸੁਣ ਲਵੇ, ਪਰ ਮੈਨੂੰ ਆਹ ਵੀ ਸਾਡਾ ਕਿਸੇ ਦਾ ਕੋਈ ਉਹ ਨਾ ਹੋ ਜਾਵੇ। ਮਾਤਾ ਜੀ, ਤੁਹਾਡੀ ਉਮਰ ਕਿੰਨੀ ਹੋ ਗਈ? ਮੇਰੀ 72 ਹੈ ਜੀ। ਸਮਾਂ ਜਦੋਂ ਪੁਰਾਣਾ ਸਮੇਂ ਦੇ ਵਿੱਚ, ਚੰਗੇ ਸਮੇਂ 'ਚ ਕਹਿ ਲਈਏ ਤਾਂ ਜ਼ਮੀਨ ਨੂੰ
ਮਾਂ ਦੇ ਤੁਲ ਸਮਝਿਆ ਜਾਂਦਾ ਸੀ ਕਿ ਜ਼ਮੀਨ ਜ਼ਿਮੀਂਦਾਰ ਦੀ ਮਾਂ ਹੁੰਦੀ ਆ, ਮਾਂ ਦੇ ਤਰ੍ਹਾਂ ਪ੍ਰਵਾਹ ਕਰਦੇ ਸੀ, ਇੱਜ਼ਤ ਵੀ ਕੀਤੀ ਜਾਂਦੀ ਸੀ। ਜੋ ਹੁਣ ਇਹ ਦੌਰ ਚੱਲ ਪਿਆ, ਚਲੋ ਇਸ ਗੱਲ ਨੂੰ ਵੀ ਅਸੀਂ ਛੱਡ ਦਈਏ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਲੋਕਾਂ ਦੇ ਮਨਾਂ 'ਚ ਆ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਵੀ ਹੁਣ ਜ਼ਮੀਨ ਨੂੰ ਵੀ ਮਿੱਟੀ 'ਚ ਕਾ ਕੇ ਲੋਕੀ ਆਪਣੇ ਲਾਹੇ ਦੇਖਣ ਲੱਗ ਗਏ? ਲਾਹੇ ਦੇਖਣ ਲੱਗ ਗਏ, ਪਰ ਇਹਦੇ ਵਿੱਚ ਫਾਇਦਾ ਕੋਈ ਨਹੀਂ ਹੈਗਾ। ਇਹ ਵਿਚਾਰੀ ਦੀ ਕਿਆ ਇਹ ਹੁਣ ਕਿਆ ਇਹ ਜ਼ਮੀਨ ਵਾਹੀ ਜੋਗ ਰਹੇਗੀ ਕਿਤੇ? ਇੰਨਾ ਡੂੰਘਾ ਕਰਤਾ ਕਾਦੀ ਨਾ, ਪਰ ਉਹ ਪੈਣਾ ਕਾਦੋਂ ਹੋਣਾ। ਪਰ ਸਾਨੂੰ ਤਾਂ ਇਹ ਸੈਟੀਸਫੈਕਸ਼ਨ ਥੋੜ੍ਹੀ ਜਿਹੀ ਜ਼ਮੀਨ ਵਿੱਚ 3 ਕਿੱਲਿਆਂ ਵਿੱਚ ਰੱਬ ਦਾ ਸ਼ੁਕਰ ਕਰੀਦਾ ਸੀ। 3 ਟਾਈਮ ਰੋਟੀ ਬਹੁਤ ਵਧੀਆ ਖਾਂਦੇ ਤੇ, ਪਰ ਸਾਡੇ ਪਰ ਇਹ ਆਫਤ ਬੈਠਿਆਂ ਬਿਠਾਇਆਂ ਨੂੰ ਸਾਨੂੰ ਤੁਹਾਡੇ ਪਤੀ ਤੁਹਾਡੇ ਸਿਰ ਤੇ ਨਹੀਂ ਹੁਣ ਹੈਗੇ, ਤੁਹਾਡਾ ਬੱਚਾ ਵੀ ਪ੍ਰਾਈਵੇਟ ਜੌਬ ਕਰ ਰਿਹਾ, ਤੁਸੀਂ ਇਹ ਭਾਜੀ ਨੇ ਦੱਸਿਆ ਕਿ ਇੱਥੇ ਸਾਨੂੰ ਲੱਖਾਂ ਰੁਪਏ ਮਿਲ ਸਕਦੇ, ਕਰੋੜਾਂ ਮਿਲ ਸਕਦੇ, ਫਿਰ ਤੁਸੀਂ ਇਹ ਨਹੀਂ ਕਦੀ ਕਿਹਾ ਵੀ ਪੁੱਤ ਤੂੰ ਵੀ ਨਾ ਵਾਂ ਕਰੋੜਾਂ ਲੈ ਕੇ ਪਾਸੇ ਹੋ ਤੇ ਆਪਾਂ ਆਪਣੀ ਐਸ਼ ਦੀ ਜ਼ਿੰਦਗੀ ਜੀਏ? ਨਹੀਂ ਜੀ, ਨਹੀਂ। ਸਾਡੀ ਤਾਂ ਜਿਹੜੀ 3 ਟਾਈਮ ਰੋਟੀ ਦਿੰਦਾ ਉਹਦੇ ਵਰਗੀ ਐਸ਼ ਨਹੀਂ। ਸਾਨੂੰ ਤਾਂ ਸਬਰ ਬਹੁਤ ਦਿੱਤਾ ਮਹਾਰਾਜ ਨੇ, ਹੈ ਕਿਤੇ ਮਾਇਆ ਨਹੀਂ ਥੋੜਾ ਲੱਖਾਂ ਦੀਆਂ ਨੇ ਸਾਡੀ ਉਹ ਕਰ ਦੇਣੀ ਹੈ ਜੀ। ਜਦ ਸਾਨੂੰ ਰੋਟੀ ਮਿਲਦੀ, ਸਾਡੀ ਜ਼ਮੀਨ ਸੋਨਾ ਹੈ, ਫਿਰ ਅਸੀਂ ਲਾਲਚ ਦੇ ਬਸ ਨਹੀਂ ਜੀ ਪੈਣਾ ਚਾਹੁੰਦੇ। ਨਾ ਮੈਂ ਬੇਟੇ ਨੂੰ ਇਹੋ ਜਿਹੀ ਸਿੱਖਿਆ ਦਿੰਨੀ ਹੈ, ਨਾ ਮੇਰੇ ਘਰ ਵਾਲੇ ਨੇ ਕਦੇ ਡਲਾ ਹਿਲਾਇਆ। ਬਸ ਅਸੀਂ ਤਾਂ ਆਪਣਾ ਆਪੇ ਐਸੇ ਪਰੇ ਬਹੁਤ ਸੋਹਣੀ ਰੋਟੀ ਖਾਂਦੇ ਤੇ, ਪਰ ਸਾਡੀ ਹੁਣ ਬੇਚੈਨੀ ਕਰ ਦਿੱਤੀ। ਵਿੱਚੇ ਖੇਤ ਵਾਲਿਆਂ ਨੇ ਕਰਤੀ ਹੈ ਜੀ, ਇਹਨਾਂ ਨੇ ਨਹੀਂ ਸੋਚਿਆ। ਵਿੱਚ ਆ ਜਿਹੜੇ ਕੰਪਨੀ ਵਾਲੇ ਆ, ਮੈਨੂੰ ਪਤਾ ਮੈਂ ਕਿੱਥੇ ਤੱਕ ਆਪਣੇ ਬੇਟੇ ਨਾਲ ਜਾ ਕੇ, ਉੱਥੇ ਡਾਇਰੈਕਟਰ ਸੀਗਾ, ਹਾਂ ਮਾਈਨਿੰਗ ਦੇ ਡਾਇਰੈਕਟਰ ਸੀਗੇ ਚੰਡੀਗੜ੍ਹ, ਹੈ ਉੱਥੇ ਗਈ 17 ਵਿੱਚ ਮੈਂ, ਹੈ ਪਰ ਮੈਨੂੰ ਪਤਾ ਮੈਂ ਜਾਣਾ ਉੱਥੇ ਤੇ ਉੱਥੇ ਤੱਕ ਨਹੀਂ ਚਾਹੁੰਦੀ। ਮੇਰਾ ਸਰੀਰ ਨਹੀਂ ਅਲਾਓ ਕਰਦਾ ਹੁਣ, ਮੇਰੀ ਸਿਹਤ ਨਹੀਂ ਠੀਕ ਜੀ। ਬਿਲਕੁਲ ਐਕਸੀਅਨ ਕੋਲ ਵੀ ਜਾਇਆ ਹੈ। ਬਸ ਇਹ ਮਹਾਰਾਜ ਕੋਈ 17 ਸਾਲਾ ਬੰਦਾ ਹੋਵੇ ਜਿਹੜਾ ਸਾਡਾ ਸੁਣਵਾਈ ਕਰ ਲਵੇ, ਸਾਡੀ ਕੋਈ ਸੁਣਵਾਈ ਤਾਂ ਕਰੇ। ਮੇਰਾ ਬੇਟਾ ਛੁੱਟੀ ਨਹੀਂ ਲੈ ਸਕਦਾ, ਇਹਨੂੰ ਪਤਾ। ਹੁਣ ਆਇਆ ਜੇ ਕਰਾ ਪਾਣੀ ਵੀ ਨਹੀਂ ਪੀਤਾ, ਇੱਥੇ ਹੀ ਖੜ ਕੇ ਆ ਕੇ ਸਾਨੂੰ ਫੋਨ ਕਰਤਾ, ਅਸੀਂ ਪਹੁੰਚ ਗਏ। ਪਰ ਹੁਣ ਸੁਣਵਾਈ ਹੋ ਜਵੇ ਤਾਂ ਚਲੋ। ਮਾਤਾ ਜੀ ਤੁਸੀਂ ਬੋਲਣ ਵਿੱਚ ਵੀ ਥੋੜੇ ਅਸਹਿਜ ਮਹਿਸੂਸ ਕਰ ਰਹੇ ਹੋ, ਕੋਈ ਗੱਲ ਨਹੀਂ, ਗਰਮੀ ਦਾ ਮੌਸਮ ਹੈ, ਤੁਸੀਂ ਨਹੀਂ ਮੈਂ ਪੰਪ ਲੈਂਦੀ ਹਾਂ ਜੀ, ਮੈਨੂੰ ਅਸਥਮਾ ਹੈ ਹਾਂ। ਫਿਰ ਮੈਂ ਆਹ ਸ਼ੂਗਰ ਵੀ ਮੈਨੂੰ ਹੈ, ਇਹਦੇ ਨਾਲ ਮੇਰੀ ਸ਼ੂਗਰ ਵੀ ਵਧੀ ਜਾਂਦੀ ਟੈਨਸ਼ਨਾਂ ਨਾਲ। ਬੜੀ ਸੋਹਣੀ ਆਰਾਮ ਦੀ ਜ਼ਿੰਦਗੀ ਤੀ, ਇੰਨਾ ਸ਼ੁਕਰ ਕਰੀਦਾ ਤਾਂ ਵਾਹਿਗੁਰੂ ਦਾ 3 ਟਾਈਮ ਰੋਟੀ ਖਾ ਕੇ। ਪਰ ਹੁਣ ਮੈਂ ਨਾ ਮੇਰੀ ਸ਼ੂਗਰ ਕੰਟਰੋਲ 'ਚ ਆਉਂਦੀ ਹੈ, ਨਾ ਮੇਰਾ ਅਸਥਮਾ ਹੀ, ਮੇਰੇ ਯਾਦ ਨਹੀਂ ਰਹਿੰਦਾ, ਯਾਦਾਸ਼ਤ ਘਟੀ ਜਾਂਦੀ ਵੀ ਮੈਂ ਮਾਤਾ ਜੀ। ਚਲੋ ਤੁਸੀਂ ਜ਼ਿਆਦਾ ਹੁਣ ਸਟ੍ਰੈਸ ਨਾ ਲਓ, ਉਮੀਦ ਕਰਦੇ ਹਾਂ ਵੀ ਜ਼ਰੂਰ ਇਹ ਸੁਣਵਾਈ ਹੋਊਗੀ। ਅਕਸਰ ਅਸੀਂ ਸੁਣਦੇ ਹਾਂ ਕਿ ਇੱਕ ਕਹਾਣੀ ਸੁਣਦੇ ਰਹੇ ਹਾਂ ਵੀ ਇੱਕ ਸੋਨਾ ਦੇਣ ਵਾਲੀ, ਸੋਨੇ ਦਾ ਅੰਡਾ ਦੇਣ ਵਾਲੀ ਇੱਕ ਮੁਰਗੀ ਕਿਸੇ ਨੂੰ ਮਿਲ ਜਾਂਦੀ ਹੈ। 4 ਕੁ ਦਿਨ ਆਂਡੇ ਲੈ ਕੇ ਫਿਰ ਉਹ ਸੋਚਦਾ ਕਿ ਮੁਰਗੀ ਨੂੰ ਮਾਰ ਕੇ ਸਾਰੇ ਆਂਡੇ ਕੱਢ ਲਾਂ। ਇਹ ਮੰਜ਼ਰ ਦੇਖ ਕੇ ਇਸੇ ਤਰ੍ਹਾਂ ਦਾ ਜਾਪਦਾ ਕਿ ਜਿਹੜੀ ਜ਼ਮੀਨ ਸੋਨਾ ਪੈਦਾ ਕਰਦੀ ਸੀ, ਸ਼ਾਇਦ ਉਸ ਦੇ ਵਿੱਚੋਂ ਸਾਰਾ ਸੋਨਾ ਇੱਕੇ ਵਾਰ ਕੱਢਣ ਦੀ ਇਹ ਕੋਸ਼ਿਸ਼ ਕੀਤੀ ਗਈ ਹੈ। ਤੇ ਹੁਣ ਇਸ ਤਰ੍ਹਾਂ ਜਾਪਦਾ ਜਿਵੇਂ ਇਹ ਫਸਲ ਪੈਦਾ ਕਰਨੀ ਵਾਲੀ ਜ਼ਮੀਨ ਬੰਜਰ ਹੋ ਚੁੱਕੀ ਹੈ ਤੇ ਉਹ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਨੂੰ ਕਿਸੇ ਨੇ ਆਪੇ ਮਾਰ ਦਿੱਤਾ ਹੋਵੇ। ਉਹੋ ਜਿਹਾ ਮੰਜ਼ਰ ਕੁਝ ਦਿਖਾਈ ਦਿੰਦਾ। ਪਰ ਫਿਲਹਾਲ ਜੋ ਅਧਿਕਾਰੀ ਹੈ, ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਇਸ ਬਾਰੇ ਵਿੱਚ ਉਹਨਾਂ ਦਾ ਕੀ ਕਹਿਣਾ ਹੈ। ਇੱਕ ਮਿੰਟ ਜੀ, ਇੱਕ ਮਿੰਟ। ਐਸਡੀਓ ਸਾਹਿਬ ਗੱਲ ਕਰ ਰਹੇ ਹਾਂ ਜੀ, ਨਵਨੀਤ ਜੀ। ਸਰ ਮੈਂ ਪੰਜਾਬੀ ਲੋਕ ਚੈਨਲ ਤੋਂ ਸਤਨਾਮ ਗੱਲ ਕਰ ਰਿਹਾ ਜੀ, ਔਨ ਰਿਕਾਰਡ ਲੈ ਰਿਹਾ ਇਸ ਸਮੇਂ ਤੁਹਾਨੂੰ। ਹਾਂਜੀ ਬੋਲੋ ਜੀ। ਸਰ ਪਥਰੇੜੀ ਰੰਗੜਾ ਤੋਂ ਇੱਕ ਮਾਮਲੇ ਦੇ ਵਿੱਚ ਸਾਨੂੰ ਇੱਥੇ ਬੁਲਾਇਆ ਗਿਆ ਸੀ। ਦਲਜੀਤ ਕੌਰ ਜੀ ਦਾ ਖੇਤ ਆ, ਉਹਦੇ ਨਾਲ ਬਹੁਤ ਜ਼ਿਆਦਾ ਮਾਈਨਿੰਗ ਕੀਤੀ ਗਈ ਹੈ ਜੀ। ਹਾਂਜੀ। ਉਹਨਾਂ ਦੇ ਇਲਜ਼ਾਮ ਹੈ ਕਿ ਸਾਡਾ ਖੇਤ ਹੜਨ ਦੀ ਕਗਾਰ ਦੇ ਉੱਤੇ ਹੈ ਤੇ ਇਹ ਇਲੀਗਲ ਮਾਈਨਿੰਗ ਹੋਈ ਹੈ ਜੀ। ਜੀ ਇਸ ਦੇ ਬਿਹਾਫ ਤੇ ਮਤਲਬ ਕਿ ਜਿਹੜਾ ਕੰਸਰਨਡ ਫਰਮ ਨੇ ਜਿਹਨੇ ਵੀ ਕੀਤੀ ਹੈ ਮਾਈਨਿੰਗ ਜੀ, ਉਹਨਾਂ ਨੂੰ ਸਾਡੇ ਵੱਲੋਂ ਡਾਇਰੈਕਸ਼ਨਾਂ ਪਾਸ ਹੋ ਗਈਆਂ ਨੇ ਕਿ ਤੁਹਾਡਾ ਕੋਈ ਕੰਮ ਤਦ ਤੱਕ ਹੋਣ ਨਹੀਂ ਦੇਣਾ ਜਦ ਤੱਕ ਤੁਸੀਂ ਜਿਹੜੇ ਵੀ ਡੈਮੇਜ ਕਰ ਰਹੇ ਹੋ ਤੁਸੀਂ ਨੇਬਰਿੰਗ ਲੈਂਡ ਨੂੰ, ਹਾਂਜੀ, ਤੁਸੀਂ ਉਹ ਠੀਕ ਨਹੀਂ ਕਰਾਉਂਦੇ ਹੈਗੇ। ਤੇ ਪਲੱਸ ਉਹਨਾਂ ਨੇ ਜਿਹੜੀ ਇਲੀਗਲ ਮਾਈਨਿੰਗ ਕੀਤੀ ਹੈਗੀ ਹੈ ਜੀ, ਉਸ ਅਗੇਂਸਟ ਅਸੀਂ ਉਹਨਾਂ ਨੂੰ ਆਰ ਨੋਟਿਸ ਵੀ ਇਸ਼ੂ ਕਰ ਦਿੱਤਾ ਹੈ ਜੀ। ਠੀਕ ਹੈ, ਜਿਹੜਾ ਵੀ ਇਲੀਗਲ ਮਟੀਰੀਅਲ ਉਹਨਾਂ ਵੱਲੋਂ ਵੱਧ ਪੱਟਿਆ ਗਿਆ ਜੀ। ਸਰ ਤੁਹਾਡੇ ਧਿਆਨ ਦੇ ਵਿੱਚ ਹੈ ਇਹ ਕਿੰਨੀ ਪਰਮਿਸ਼ਨ ਸੀ ਇਹਨਾਂ ਨੂੰ ਤੇ ਕਿੰਨਾ ਵੱਧ ਇਹਨਾਂ ਨੇ ਪੱਟਿਆ ਜੀ? ਜੀ ਇਦਾਂ ਨਹੀਂ ਕਹਿ ਸਕਦੇ ਹੈਗੇ ਕਿਉਂਕਿ ਸਪੈਸੀਫਿਕ ਕੇਸਿਸ ਕਾਫੀ ਹੁੰਦੇ ਆ ਤੇ ਪਰ ਲੇਕਿਨ ਵੱਧ ਜ਼ਰੂਰ ਪੱਟਿਆ ਗਿਆ ਇਹਨਾਂ ਨੂੰ। ਸਰ ਇਹਨਾਂ ਦਾ ਜੋ ਨੁਕਸਾਨ ਹੋਇਆ ਹੈ, ਕਿਸਾਨ ਦਾ ਕਹਿਣਾ ਇਹ ਹੈ ਕਿ ਜੋ ਆਰ ਨੋਟਿਸ ਜਾਰੀ ਕਰ ਦਿੱਤਾ ਗਿਆ ਉਹਦਾ ਤਾਂ ਲਾਭ ਜਾਂ ਨੁਕਸਾਨ ਕੰਪਨੀ ਨੂੰ ਹੋਏਗਾ ਜੀ। ਮੈਨੂੰ ਜੋ ਮੇਰਾ ਨੁਕਸਾਨ ਹੋਇਆ ਉਸ ਦੀ ਭਰਪਾਈ ਕਿਸ ਤਰ੍ਹਾਂ ਹੋਏਗੀ?
ਜੀ ਉਸੇ ਦੀ ਭਰਪਾਈ ਵਾਸਤੇ ਹੀ ਕੰਪਨੀ ਨੂੰ ਅਲੱਗ ਤੋਂ ਟਰੈਕਟਰਾਂ ਹੋਰ ਕੱਢੀਆਂ ਗਈਆਂ ਨੇ। ਕੰਪਨੀ ਇਹਨਾਂ ਨੂੰ ਪੇ ਕਰੇਗੀ ਜੀ? ਕੰਪਨੀ ਇਹਨਾਂ ਦਾ ਠੀਕ ਕਰਵਾਏਗੀ ਜਿੱਦਾਂ ਵੀ ਐਪਲੀਕੈਂਟ ਚਾਹੁੰਦੇ ਹੈਗੇ ਆ, ਜਦ ਤੱਕ ਇਹ ਸੈਟੀਸਫਾਈ ਨਹੀਂ ਹੋ ਜਾਂਦੇ। ਇਹ ਕਦੋਂ ਤੱਕ ਹੋ ਸਕਦਾ ਸਰ? ਕੰਪਨੀ ਨੂੰ ਜੀ ਡਾਇਰੈਕਸ਼ਨਾਂ ਪਾਸ ਹੋ ਗਈਆਂ ਨੇ, ਮੇਰੀ ਅੱਜ ਵੀ ਗੱਲ ਹੋਈ ਸੀਗੀ ਜੀ। ਤੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਡਾ ਤਦ ਤੱਕ ਕੰਮ ਨਹੀਂ ਹੋਣ ਦਿੱਤਾ ਜਾਏਗਾ ਜਦ ਤੱਕ ਤੁਸੀਂ ਕੰਪਲੇਂਟੈਂਟ ਨੂੰ ਸੈਟੀਸਫਾਈ ਨਹੀਂ ਕਰਵਾ ਰਹੇ ਹੋ। ਜੀ, ਕਿਸਾਨ ਦਾ ਇਹ ਵੀ ਕਹਿਣਾ ਹੈ ਕਿ ਕਾਫੀ ਟਾਈਮ ਤੋਂ ਉਹਨਾਂ ਦਾ ਖੇਤ ਵਿਹਲਾ, ਜਿਸ ਦੇ ਕਰਕੇ ਉਹਨਾਂ ਦੇ ਫਸਲ ਦਾ ਵੀ ਕਾਫੀ ਨੁਕਸਾਨ ਹੋਇਆ ਜੀ। ਇਸ ਦੀ ਵੀ ਭਰਪਾਈ ਕੰਪਨੀ ਕਰੇਗੀ ਜੀ? ਜੀ ਬਿਲਕੁਲ ਜੋ ਵੀ ਇਹਨਾਂ ਦਾ ਨੁਕਸਾਨ ਹੋ ਰਿਹਾ ਸਾਰਾ ਉਹਨਾਂ ਦਾ ਵੱਲੋਂ ਕਰਵਾਇਆ ਜਾਏਗਾ, ਡੋਂਟ ਵਰੀ। ਜੀ, ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ। ਠੀਕ ਹੈ ਜੀ। ਸੋ ਬਿਲਕੁਲ, ਜਿੱਥੇ ਇੱਕ ਪਾਸੇ ਕਿਸਾਨ ਨੇ, ਪੀੜਤ ਕਿਸਾਨ ਨੇ ਆਪਣਾ ਪੱਖ ਰੱਖਿਆ ਹੈ ਕਿ ਉਹਨਾਂ ਦੇ ਖੇਤ ਦੇ ਨਾਲ ਬਿਲਕੁਲ ਇੱਕ ਡੂੰਘਾ ਖੂਹਨੁਮਾ ਡੂੰਘਾਈ ਜਿਹੜੀ ਹੈਗੀ ਆ ਉਹ ਪੱਟ ਦਿੱਤੀ ਗਈ ਆ। ਇੱਕ ਵੱਡਾ ਮੈਦਾਨ ਅਜਿਹਾ ਡੂੰਘਾ ਬਣਾ ਦਿੱਤਾ ਗਿਆ ਨਾਲ, ਜਿਸ ਦੇ ਨਾਲ ਉਹਨਾਂ ਦੀ ਫਸਲ ਨੂੰ ਨੁਕਸਾਨ ਹੋ ਰਿਹਾ। ਤਾਂ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਇਹ ਕੰਪਨੀ ਕਿਸਾਨ ਦੀ ਭਰਪਾਈ ਨਹੀਂ ਕਰ ਦਿੰਦੀ ਉਦੋਂ ਤੱਕ ਕੰਪਨੀ ਕੰਮ ਨਹੀਂ ਕਰ ਸਕਦੀ। ਪਰ ਦੇਖਣ ਵਾਲੀ ਗੱਲ ਹੁਣ ਇਹ ਰਹੇਗੀ ਕਿ ਜੋ ਗੱਲਾਂ ਕੀਤੀਆਂ ਗਈਆਂ ਉਹ ਜਲਦ ਪੂਰੀਆਂ ਹੋ ਸਕਣਗੀਆਂ ਜਾਂ ਨਹੀਂ, ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜੋ ਦਾਅਵੇ ਜਾਂ ਜੋ ਵਾਅਦੇ ਹੁੰਦੇ ਨੇ ਕਈ ਵਾਰੀ ਉਹ ਹਵਾ ਦੇ ਵਿੱਚ ਰਹਿ ਜਾਂਦੇ ਆ, ਧਰਾਤਲ ਦੇ ਉੱਤੇ ਉਸ ਤਰ੍ਹਾਂ ਦਾ ਕੰਮ ਨਹੀਂ ਹੁੰਦਾ। ਪਰ ਕਿਸਾਨ ਨੇ ਤੇ ਜੋ ਮਾਲਕ ਹੈ ਜ਼ਮੀਨ ਦੇ, ਇਸ ਨੌਜਵਾਨ ਦੀ ਮਾਤਾ ਜੀ ਨੇ ਬੜੇ ਦੁੱਖ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੱਸੀਆਂ, ਕਿਉਂਕਿ ਪੰਜਾਬ ਦੇ ਵਿੱਚ ਜ਼ਮੀਨ ਨੂੰ ਮਾਂ ਸਮਝਿਆ ਜਾਂਦਾ ਹੈ। ਸੋ ਹਾਲਾਂਕਿ ਇੱਕ ਨੇ ਆਪਣੀ ਜ਼ਮੀਨ ਦਾ ਜੋ ਹੱਕ ਸੀ ਉਹ ਕਿਸ ਤਰ੍ਹਾਂ ਕਿਸੇ ਨੂੰ ਦੇ ਦਿੱਤਾ ਉਹ ਇੱਕ ਅਲੱਗ ਗੱਲ ਹੈ, ਪਰ ਜੋ ਆਪਣੀ ਜ਼ਮੀਨ ਦੇ ਉੱਤੇ ਜਜ਼ਬਾਤਾਂ ਦੇ ਨਾਲ, ਜੋ ਆਪਣੀ ਜ਼ਮੀਨ ਦੇ ਨਾਲ ਜੁੜੇ ਹੋਏ ਆ, ਉਹਨਾਂ ਦੀ ਜਜ਼ਬਾਤਾਂ ਨੂੰ ਬਚਾ ਕੇ ਰੱਖਣਾ ਸਰਕਾਰਾਂ ਦਾ ਕੰਮ ਹੈ। ਸੋ ਇਸ ਦੇ ਉੱਤੇ ਕੌਣ ਕਦੋਂ ਤੇ ਕਿੰਨੀ ਜਲਦੀ ਗੌਰ ਕਰੇਗਾ, ਇਸ ਦੇ ਉੱਤੇ ਨਿਗਾਹਾਂ ਬਣੀਆਂ ਰਹਿਣਗੀਆਂ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।